ਜਿਹੜਾ ਬੰਦਾ ਉੱਠਦੇ ਸਾਰ ਹੀ ਸਵੇਰ ਹੁੰਦਿਆਂ ਮੌਤ ਨੂੰ ਚੇਤੇ ਕਰ ਲਵੇ ਕਿ ਮੈਂ ਇੱਕ ਦਿਨ ਮਰ ਜਾਣਾ ਹੈ, ਇੱਕ ਦਿਨ ਮੇਰੀ ਇਹ ਜਿਹੜੀ ਦੇਹੀ ਹੈ ਪੰਜ ਤੱਤਾਂ ਦੀ, ਇਸ ਨੇ ਨਾਸ਼ ਹੋ ਜਾਣਾ। ਜੇ ਸਾਧ ਸੰਗਤ ਜੀ ਆਮ ਘਰਾਂ ਦੇ ਵਿੱਚ ਜਾਂ ਬਜ਼ੁਰਗ ਕਹਿ ਦਿੰਦੇ ਕਿ ਜੇ ਕਿਤੇ ਖੁਸ਼ੀ ਦਾ ਮੌਕਾ ਹੋਵੇ ਉੱਥੇ ਜਾਣਾ ਹੋਵੇ, ਉੱਥੇ ਜਾਣ ਤੋਂ ਰੁਕ ਜਾਵੇ। ਜੇ ਕਿਸੇ ਘਰ ਗਮੀ ਦਾ ਮੌਕਾ ਹੋਵੇ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ, ਕਿਉਂਕਿ ਗਮ ਦੇ ਵਿੱਚ ਰੱਬ ਚੇਤੇ ਆਉਂਦਾ ਹੈ, ਖੁਸ਼ੀ ਦੇ ਵਿੱਚ ਰੱਬ ਭੁੱਲ ਜਾਂਦਾ, ਵਿਸਰ ਜਾਂਦਾ ਹੈ। ਦੁੱਖ ਵੇਲੇ ਜਦੋਂ ਕੋਈ ਮਰਗ ਹੋਈ ਹੋਵੇ ਨਾ, ਜੇ ਕੋਈ ਉੱਥੇ ਗਿਆ ਹੋਵੇ ਸੰਸਕਾਰ, ਤੇ ਫਿਰ ਉਹਨੂੰ ਆਪਣੀ ਮੌਤ ਚੇਤੇ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਪਿਆਰੇ ਸਿੱਖਾ, ਜੇ ਤਾਂ ਜ਼ਿੰਦਗੀ ਦੇ ਵਿੱਚ ਵਿਰਾਗ ਧਾਰਨਾ, ਫਿਰ ਇਹ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਘਰ ਕਰ ਲਾ ਕਿ ਇੱਕ ਦਿਨ ਸੰਸਾਰ ਤੋਂ ਮੈਂ ਵੀ ਤੁਰ ਜਾਣਾ ਹੈ। ਨਹਿ ਆਵਨ ਨਹਿ ਜਾਏ। ਜਿਹੜੇ ਗੁਰਮੁਖ ਨਾਮ ਜਪ ਲੈਂਦੇ ਫਿਰ ਉਹਨਾਂ ਦਾ ਆਉਣਾ ਜਾਣਾ ਨਹੀਂ ਰਹਿੰਦਾ, ਉਹ ਨਾ ਆਉਂਦੇ ਨੇ ਨਾ ਜਾਂਦੇ ਨੇ, ਫਿਰ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋ ਜਾਂਦੇ ਹਨ। ਸੋ ਉਹ ਪਰਮੇਸ਼ਰ ਦਾ ਰੂਪ ਹੀ ਬਣ ਜਾਂਦੇ ਨੇ। ਪਿਆਰਿਓ, ਆਪਣੇ ਵਾਸ਼ਣ ਆਪ ਮੈਂ ਹੈ, ਸਮ ਸੁਪਨੇ ਮਿਲ ਜਾਏ। ਸੋ ਜਦੋਂ ਕੋਈ ਮਰ ਜਾਂਦਾ ਹੈ, ਉਹਦੇ ਜਿਹੜੇ ਵਿਸ਼ੇ ਹੁੰਦੇ ਹਨ ਉਹ ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਕਹਿੰਦੇ ਸੁਪਨੇ ਮਿਲ ਜਾਏ। ਸੋ ਇਸੇ ਤਰ੍ਹਾਂ ਕਹੀਏ ਕਿ ਜਿਸ ਤਰ੍ਹਾਂ ਕੋਈ ਜਦੋਂ ਜਾਗਦਾ ਹੈ ਨਾ, ਜਦੋਂ ਕੋਈ ਜਾਗ ਰਿਹਾ ਹੋਵੇ, ਬੈਠਾ ਹੋਵੇ, ਉਦੋਂ ਕੋਈ ਸੁਪਨਾ ਨਹੀਂ ਆਉਂਦਾ ਉਸ ਨੂੰ। ਇਸੇ ਤਰ੍ਹਾਂ ਜੇ ਕੋਈ ਸੌਂ ਕਰਕੇ ਉੱਠ ਗਿਆ ਹੋਵੇ, ਸੁੱਤਿਆ ਹੋਇਆ ਜਦੋਂ ਉੱਠ ਜਾਂਦਾ, ਫਿਰ ਉਸ ਨੂੰ ਕੋਈ ਸੁੱਤੇ ਹੋਏ ਉੱਠੇ ਨੂੰ ਕੋਈ ਸੁਪਨਾ ਨਹੀਂ ਆਉਂਦਾ। ਸੁਪਨਾ ਉਦੋਂ ਹੀ ਆਉਂਦਾ ਜਦੋਂ ਅਰਧ ਨੀਂਦਰੇ ਦੇ ਵਿੱਚ ਹੋਵੇ, ਸੁੱਤਾ ਹੋਵੇ ਜਦੋਂ, ਫਿਰ ਉਸ ਨੂੰ ਫਿਰ ਹੀ ਉਸ ਨੂੰ ਜਿਹੜਾ ਹੈ ਨਾ ਸਾਧ ਸੰਗਤ ਜੀ ਸੁਪਨਾ ਆਉਂਦਾ ਹੈ। ਸੋ ਜਿਸ ਤਰ੍ਹਾਂ ਕੋਈ ਜਾਗਦਾ ਹੈ ਸੁਪਨੇ ਦੇ ਵਿੱਚ, ਸੁਪਨ ਅਵਸਥਾ ਦੇ ਵਿੱਚ ਕੋਈ ਸੁਪਨਾ ਦੇਖਦਾ ਹੈ, ਉਹ ਸੁਪਨਾ ਹੈ ਜੋ ਸੁਪਨੇ ਦੇ ਵਿੱਚ ਹੀ ਮਿਲ ਜਾਂਦਾ ਹੈ। ਜਦੋਂ ਜਾਗਦਾ ਹੈ, ਉੱਠਦਾ ਹੈ, ਜਾਗ ਆ ਜਾਂਦੀ ਹੈ, ਉਹ ਜਿਹੜਾ ਸੁਪਨਾ ਹੁੰਦਾ ਹੈ ਨਾ, ਉਹ ਸੁਪਨੇ ਦੇ ਵਿੱਚ ਹੀ ਸਮਾ ਜਾਂਦਾ ਹੈ। ਸੋ ਇਸੇ ਤਰ੍ਹਾਂ ਗੁਰਸਿੱਖ ਨੂੰ ਆਪਣੇ ਹਿਰਦੇ ਦੇ ਵਿੱਚ ਇਹ ਧਾਰਨਾ ਚਾਹੀਦਾ ਕਿ ਇਹ ਸੰਸਾਰ ਇੱਕ ਸੁਪਨਾ ਮਾਤਰ ਹੈ। ਇਸ ਸੰਸਾਰ ਦੇ ਵਿੱਚ ਜੋ ਵੀ ਉਤਪਤੀ ਹੋਈ ਹੈ ਉਹ ਸਾਰੀ ਇੱਕ ਦਿਨ ਸੁਪਨਾ ਜੋਗ ਹੀ ਹੋ ਜਾਵੇਗੀ। ਸੋ ਇਹ ਨਾਸ਼ ਹੋ ਜਾਵੇਗੀ, ਅਸੀਂ ਸੁਪਨੇ ਮਾਤਰ ਹੀ ਹੋ ਜਾਵਾਂਗੇ। ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਚੜ੍ਹਾਈ ਕਰ ਜਾਂਦਾ, ਆਮ ਕਹਾਵਤ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਉਹ ਤਾਂ ਜੀ ਸਾਡਾ ਸੁਪਨਾ ਹੀ ਹੋ ਗਿਆ ਹੈ, ਉਹ ਤਾਂ ਸੁਪਨਾ ਹੀ ਹੋ ਗਿਆ, ਕਦੀ ਮਿਲਿਆ ਨਹੀਂ, ਸੁਪਨੇ ਦੇ ਵਿੱਚ ਵੀ ਨਹੀਂ ਕਦੀ ਆਇਆ। ਸੋ ਇਸ ਤਰ੍ਹਾਂ ਜਿਹੜੇ ਇੱਕ ਵਾਰੀ ਤੁਰ ਜਾਂਦਾ ਸੰਸਾਰ ਤੋਂ, ਉਹ ਸੁਪਨਾ ਹੋ ਜਾਂਦਾ, ਛੱਡ ਜਾਂਦਾ, ਦੁਬਾਰਾ ਨਹੀਂ ਉਹ ਮਿਲਦਾ। ਇਸੇ ਤਰ੍ਹਾਂ ਸੰਸਾਰ ਹੈ। ਸੋ ਗੁਰਸਿੱਖ ਜਿਨ੍ਹਾਂ ਨੇ ਜਾਣ ਲਿਆ ਸੰਸਾਰ ਦੇ ਵਿੱਚ ਆਏ ਹਾਂ, ਨਾਮ ਜਪਣ ਆਏ ਹਾਂ, ਜਿਹੜੇ ਨਾਮ ਜਪ ਲੈਂਦੇ, ਸੰਸਾਰ ਨੂੰ ਸੁਪਨਾ ਸਮਝ ਲੈਂਦੇ, ਉਹ ਸੰਸਾਰ ਤੋਂ ਟੁੱਟ ਜਾਂਦੇ ਹਨ, ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦੇ ਨੇ। ਆਦ ਅੰਤ ਜਿਉ ਨੀਂਦ ਮੈਂ ਹੈ, ਆਤਮ ਜਾਨੋ ਪਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਅੱਧੀ ਨੀਂਦ ਦੇ ਵਿੱਚ ਨਹੀਂ ਕੋਈ ਸੁਪਨਾ ਆਉਂਦਾ, ਜਾਂ ਇਸੇ ਤਰ੍ਹਾਂ ਹੀ ਜਾਗਦੇ ਹੋਏ ਸੁਪਨਾ ਨਹੀਂ ਆਉਂਦਾ। ਸੁਪਨਾ ਆਦ ਨੀਂਦ ਮੈਂ, ਜਦੋਂ ਕੋਈ ਜਾਗਦਾ ਹੋਵੇ ਉਦੋਂ ਨਹੀਂ ਸੁਪਨਾ ਆਉਂਦਾ, ਅੱਧੀ ਨੀਂਦ ਦੇ ਵਿੱਚ ਸੁਪਨਾ ਆਉਂਦਾ ਹੈ। ਸੋ ਇਸੇ ਤਰ੍ਹਾਂ ਇਹ ਜਿਹੜੀ ਆਤਮਾ ਅਗਿਆਨਤਾ ਦਾ ਹਨੇਰਾ ਹੈ। ਅੱਧ ਨੀਂਦਰ ਵਾਲਾ ਜਿਹੜਾ ਸੁਪਨਾ ਨਾ, ਇਹ ਅਗਿਆਨਤਾ ਦਾ ਹਨੇਰਾ ਹੈ। ਸੰਸਾਰ ਦੇ ਰੂਪੀ ਜਿਹੜੀਆਂ ਅਗਿਆਨਤਾ, ਜਿਹੜੀਆਂ ਵਿਸ਼ੇ ਵਿਕਾਰ ਹਨ, ਇਸੇ ਤਰ੍ਹਾਂ ਇਹ ਦੌਲਤ ਇਕੱਤਰ ਕਰਨੀ ਜਾਂ ਸੰਸਾਰ ਦੇ ਵਿੱਚ ਸ਼ੋਭਾ ਵਡਿਆਈ ਇਕੱਤਰ ਕਰਨੀ, ਇਹ ਅਗਿਆਨਤਾ ਦਾ ਹਨੇਰਾ ਹੈ। ਇਹ ਸੁਪਨੇ ਮਾਤਰ ਇੱਕ ਦਿਨ ਨਾਸ਼ ਹੋ ਜਾਵੇਗਾ। ਸਾਧ ਸੰਗਤ ਜੀ, ਜੇ ਕਿਸੇ ਦੇ ਪਾਸ ਬਹੁਤਾ ਧਨ ਹੈ, ਉਹ ਸਦਾ ਸਥਿਰ ਨਹੀਂ ਰਹਿੰਦਾ, ਇੱਕ ਦਿਨ ਨਾਸ਼ ਹੋ ਜਾਂਦਾ ਹੈ। ਜੇ ਕਿਸੇ ਦੇ ਪਾਸ ਬਹੁਤ ਜ਼ਿਆਦਾ ਸ਼ੋਭਾ ਵਡਿਆਈ ਹੈ, ਕੋਈ ਪਤਾ ਨਹੀਂ ਉਹਦੇ ਹੰਕਾਰ ਨੇ ਉਹਦੇ ਪਾਸੋਂ ਕੀ ਕੁਕਰਮ ਕਰਾ ਲੈਣਾ, ਉਹਦੀ ਜਿਹੜੀ ਸ਼ੋਭਾ ਵਡਿਆਈ ਨਾਸ਼ ਕਰਵਾ ਦੇਣੀ ਹੈ। ਇਹ ਤਾਂ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਹੀ ਹਨ ਨਾ, ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮਹਾਰਾਜ ਕਿਰਪਾ ਕਰੋ, ਪਾਤਸ਼ਾਹ ਜੀ ਇਹ ਸੰਸਾਰ ਸਮੁੰਦਰ ਤੋਂ ਆਪ ਜੀ ਬਚਾ ਲਵੋ, ਪਾਰ ਉਤਾਰਾ ਕਰ ਦਵੋ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜਾ ਸੰਸਾਰ ਹੈ ਨਾ, ਇਹ ਜਿਹੜਾ ਹੰਕਾਰ ਵਸ ਰਹਿ ਕਰਕੇ ਕੋਈ ਵੀ ਕੰਮ ਕਰਨਾ, ਇਹ ਅਗਿਆਨਤਾ ਦਾ ਹਨੇਰੇ ਦਾ ਪ੍ਰਤੀਕ ਹੈ। ਇਸ ਕਰਕੇ ਇਹ ਅੱਧੇ ਸੁਪਨੇ ਦੇ ਨਿਆਈ ਹਨ। ਇਹ ਸੰਸਾਰ ਸਾਰਾ ਅਗਿਆਨਤਾ ਦਾ ਹਨੇਰਾ ਹੈ। ਇਸ ਅਗਿਆਨਤਾ ਦੇ ਹਨੇਰੇ ਤੋਂ ਉਦੋਂ ਹੀ ਦੂਰ ਹੋਇਆ ਜਾ ਸਕਦਾ ਹੈ ਜਦੋਂ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਪੂਰਨ ਗੁਰੂ ਜਦੋਂ ਮਿਲ ਜਾਂਦਾ ਹੈ, ਜਦੋਂ ਪੂਰਨ ਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਫਿਰ ਸੰਸਾਰ ਦੇ ਵਿੱਚ ਕੀ ਲੈਣ ਵਾਸਤੇ ਹੈ ਇਹ ਜਾਣ ਲੈਂਦਾ ਹੈ।
ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ। ਪ੍ਰਾਣੀ ਸੰਸਾਰ ਦੇ ਵਿੱਚ ਇਹ ਮਨੁੱਖਾ ਤੂੰ ਲਾਹਾ ਲੈਣ ਵਾਸਤੇ ਆਇਆ, ਨਾਮ ਜਪਣ ਵਾਸਤੇ ਆਇਆ ਹੈ। ਇਹੀ ਜੋਗ ਕੀ ਰੀਤ ਹੈ, ਮੈਂ ਤੁਹੇ ਕਹੀ ਸੋ ਗੁਰੂ ਬਣਾਏ। ਕੇ ਪਿਆਰੇ, ਹੁਣ ਸਤਿਗੁਰੂ ਸਾਹਿਬ ਜੀ ਇਸੇ ਤਰ੍ਹਾਂ ਜਿਹੜੀ ਯੋਗ ਦੀ ਰੀਤੀ ਹੈ ਨਾ, ਯੋਗ ਕਿਸ ਤਰ੍ਹਾਂ ਇਹ ਵੀ ਦੱਸਦੇ ਹਨ ਸਾਧ ਸੰਗਤ ਜੀ। ਸੋ ਜਿਹੜੇ ਯੋਗ ਹਨ, ਜਿਹੜੇ ਸਿੱਧ ਹਨ, ਜਿਹੜੇ ਜੋਗੀ ਹਨ, ਯੋਗ ਅਭਿਆਸਾ ਕਰਦੇ ਹਨ, ਉਸ ਰੀਤੀ ਨੂੰ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਹ ਪਿਆਰੇ ਸਿੱਖੋ, ਤੁਹਾਨੂੰ ਬਣਾ ਸਵਾ ਕਰਕੇ ਜਿਹੜੀ ਯੋਗ ਰੀਤੀ ਹੈ ਉਸ ਨੂੰ ਅਸੀਂ ਦੱਸਦੇ, ਸ਼ਰਵਣ ਕਰੋ। ਪੰਜ ਅਰਦਾਸਾ ਜੋਗ ਕੀ ਸੋਹੰਗ ਹੰਸਾ ਹੇਤ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਪੰਜ ਅਰਦਾਸਾਂ, ਹੁਣ ਜਿਹੜੀਆਂ 26 ਅਰਦਾਸਾਂ ਰਹਿ ਗਈਆਂ ਸਨ, 75 ਅਰਦਾਸਾਂ ਪਿੱਛੇ ਸਤਿਗੁਰੂ ਸਾਹਿਬ ਜੀਆਂ ਨੇ ਕਥਨ ਕਰ ਦਿੱਤੀਆਂ, ਹੁਣ 26 ਅਰਦਾਸਾਂ ਰਹਿ ਗਈਆਂ ਜੋ ਮਿਲਾ ਕਰਕੇ 101 ਅਰਦਾਸ ਬਣਦੀ ਹੈ। ਸਤਿਗੁਰੂ ਸਾਹਿਬ ਜੀ ਹੁਣ ਪੰਜ ਯੋਗਾ ਅਭਿਆਸ ਦੀਆਂ ਅਰਦਾਸਾਂ ਦੱਸਣ ਕਹੇਗੇ, ਜੋ ਜਦੋਂ ਯੋਗਾ ਅਭਿਆਸ ਆਰੰਭ ਕਰਨਾ ਹੈ ਕਿਹੜੀ ਕਿਹੜੀ ਅਰਦਾਸ ਕਰਨੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਪੰਜ ਅਰਦਾਸਾਂ ਯੋਗ ਕੀ ਸੋਹੰ ਹੰਸਾ ਹੇਤ। ਸੋ ਪੰਜ ਅਰਦਾਸਾਂ ਹਨ। ਪਹਿਲੀ ਅਰਦਾਸ ਕਰਨੀ ਜਦੋਂ ਯੋਗਾ ਅਭਿਆਸ ਕਰਨਾ ਹੈ, ਸੋਹੰ, ਮੈਂ ਉਹੀ ਹਾਂ, ਉਹੀ ਮੈਂ ਹਾਂ, ਕਿ ਮੇਰੀ ਜਿਹੜੀ ਜੋਤ ਹੈ ਉਹ ਪਰਮੇਸ਼ਰ ਦਾ ਇੱਕ ਅੰਸ਼ ਹੈ, ਉਹਦੇ ਵਿੱਚੋਂ ਹੀ ਮੈਂ ਪੈਦਾ ਹੋਇਆ ਹਾਂ। ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ, ਇਹ ਜਿਹੜੀ ਮੇਰੀ ਜੋਤ ਹੈ, ਜਿਹੜੀ ਮੇਰੇ ਅੰਦਰ ਸੱਤਾ ਹੈ ਨਾ, ਆਪ ਜੀ ਦੀ ਹੀ ਬਖਸ਼ੀ ਹੋਈ ਹੈ, ਆਪ ਹੀ ਨਿੱਜੀ ਸਰੂਪ ਹੋ। ਮੇਰਾ ਜਿਹੜਾ ਸਰੂਪ ਹੈ ਉਹ ਆਪ ਜੀ ਦਾ ਹੀ ਸਰੂਪ ਹੈ। ਕੁੰਡਲੀ ਪ੍ਰਾਣ ਅਪਾਨ ਕੋ ਸਤਿਗੁਰ ਰਾਖੈ ਚੇਤ। ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਜਿਹੜੀ ਕੁੰਡਲੀ ਪ੍ਰਾਣ ਅਪਾਨ ਕੋ, ਪ੍ਰਾਣ ਤੇ ਅਪਾਨ ਦੀ ਅਵਸਥਾ। ਸੋ ਜਿਹੜੇ ਸਾਧ ਸੰਗਤ ਜੀ ਨੱਕ ਦੇ ਵਿੱਚ ਧਾਗਾ ਪਾ ਕਰਕੇ ਪ੍ਰਾਣਾ ਜਾਂ ਜਾਮ ਕਰਦੇ, ਨੱਕ ਨੂੰ ਸਾਫ਼ ਕਰਦੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੀ ਦੂਸਰੀ ਅਰਦਾਸ ਹੈ, ਪ੍ਰਾਣ ਤੇ ਅਪਾਨ, ਪ੍ਰਾਣ ਤੇ ਅਪਾਨ ਦੇ ਵਿੱਚ ਅਭਿਆਸ ਕਰਦਾ ਕੋਈ ਰੁਕਾਵਟ ਨਾ ਪਵੇ, ਇਸ ਤਰ੍ਹਾਂ ਅਰਦਾਸ ਕਰਨੀ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ। ਇਹ ਸੱਚੇ ਪਾਤਸ਼ਾਹ ਜੀ, ਸੋ ਕੁੰਡਲੀ ਪ੍ਰਾਣ ਅਪਾਨ ਕੋ ਸਤਿਗੁਰੂ ਰਾਖੈ ਚੇਤ। ਮਹਾਰਾਜ ਜੀ ਜਿਹੜੇ ਕੁੰਡਲੀ ਚੇਤ ਹੈ ਨਾ, ਸਤਿਗੁਰੂ ਸਾਹਿਬ ਜੀ ਇਹ ਜਾਗ ਪਵੇ। ਕੁੰਡਲੀ ਚੇਤ, ਚੇਤ ਦਾ ਹੁੰਦਾ ਜਾਗਣਾ। ਸੱਚੇ ਪਾਤਸ਼ਾਹ ਜੀ ਜਿਹੜੀ ਕੁੰਡਲੀ ਅਵਸਥਾ ਹੈ ਨਾ, ਪ੍ਰਾਣ ਅਪਾਨ, ਇਹ ਜਾਗ ਪਵੇ। ਸੋ ਪ੍ਰਾਣ ਅਪਾਨ ਦਾ ਅਭਿਆਸ ਕਰਦੇ ਆ, ਇਹ ਜਿਹੜੀ ਕੁੰਡਲੀ ਅਵਸਥਾ ਹੈ, ਸੋ ਇਹ ਯੋਗਾ ਅਭਿਆਸ ਹੈ, ਇਹ ਜਾਗ ਪਵੇ। ਇਸ ਤਰ੍ਹਾਂ ਅਰਦਾਸ ਕਰਨੀ ਹੈ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ। ਦੂਸਰੀ ਅਰਦਾਸ, ਅਨਹਦ ਉਠੈ ਚੁਨਕਾਰ ਜਬ ਸਤਿਗੁਰ ਨਾਮ ਚਿਤਾਰ। ਸੋ ਜਦੋਂ ਗੁਰੂ ਕੇ ਪਿਆਰਿਓ ਨਾਮ ਜਪਦੇ ਜਪਦੇ ਅਨਹਤ ਵਾਜੇ ਉੱਠਣ ਲੱਗ ਜਾਣਾ, ਵਾਜੇ ਅਨਹਦ ਤੂਰੇ, ਜਦੋਂ ਅਨਹਦ ਵਾਜੇ ਜਦੋਂ ਉੱਠਣ ਲੱਗ ਜਾਣਾ ਉਦੋਂ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ ਜੀਓ, ਇਹ ਅਨਹਦ ਵਾਜੇ ਉੱਠ ਪਏ ਹਨ, ਪਾਤਸ਼ਾਹ ਜੀ ਕਿਰਪਾ ਕਰੋ, ਇਹ ਵਾਜਿਆਂ ਦੇ ਵਿੱਚ ਮੈਂ ਇੰਨਾ ਵੀ ਮਸਤ ਨਾ ਹੋ ਜਾਵਾਂ ਕਿ ਮੈਂ ਆਪ ਜੀ ਦੇ ਨਾਮ ਨੂੰ ਭੁੱਲ ਜਾਵਾਂ, ਮੈਂ ਆਪ ਜੀ ਦੇ ਨਾਮ ਨੂੰ ਸਦਾ ਚੇਤੇ ਕਰਦੇ ਰਵਾਂ। ਇਸ ਤਰ੍ਹਾਂ ਇਹ ਤੀਸਰੀ ਅਰਦਾਸ ਕਰਨੀ ਹੈ ਜੀ। ਉਹੇ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੈ ਧਾਰ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜਿਹੜੇ ਗੁਹਜ ਗਿਆਨ ਹੈ, ਜਿਹੜਾ ਗੁੱਝਾ ਗਿਆਨ ਹੈ ਨਾ, ਜੋ ਦਸਮ ਦਵਾਰ ਦੀ ਪ੍ਰਾਪਤੀ ਕਰਨੀ। ਗੁਹਜ ਗਿਆਨ ਗੁਰ ਗਿਆਨ ਮੈਂ, ਗੁਹਜ ਦਸਮ ਦਵਾਰ ਨੂੰ ਖੋਲ ਕਰਕੇ ਜੋ ਬ੍ਰਹਮਾ ਗਿਆਨ ਦੀ ਪ੍ਰਾਪਤੀ ਕਰਨੀ, ਸਵਾਸ ਨੂੰ ਟਿਕਾਉਣਾ, ਸੋ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਕਹਿੰਦੇ ਮੈਂ ਚੌਥੀ ਲੀਜੈ ਧਾਰ, ਇਹ ਜਿਹੜੀ ਚੌਥੀ ਅਰਦਾਸ ਕਰਨੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜਿਹੜੇ ਮੇਰੇ ਸਵਾਸ ਹਨ ਦਸਮ ਦਵਾਰ ਦੇ ਵਿੱਚ ਟਿਕ ਜਾਣ। ਇਸ ਤਰ੍ਹਾਂ ਇਹ ਚੌਥੀ ਅਰਦਾਸ ਕਰਨੀ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ। ਇਹ ਮਹਾਰਾਜ ਜਿਹੜਾ ਮੇਰਾ ਧਿਆਨ ਹੈ, ਮੇਰਾ ਦਸਮ ਦਵਾਰ ਦੇ ਵਿੱਚ ਧਿਆਨ ਟਿਕ ਜਾਵੇ, ਜਿਹੜਾ ਬ੍ਰਹਮਾ ਗਿਆਨ ਹੈ ਉਸ ਨੂੰ ਮੈਂ ਪ੍ਰਾਪਤ ਕਰ ਲਵਾਂ। ਚਾਰ ਪਦਾਰਥ ਹਾਥ ਗੁਰ ਪੰਜਵੀਂ ਇਹ ਅਰਦਾਸ। ਸੋ ਗੁਰੂ ਕੇ ਪਿਆਰੇ, ਇਸੇ ਤਰ੍ਹਾਂ ਚਾਰ ਪਦਾਰਥ ਪਾ ਕਰਕੇ ਇਹ ਜਦੋਂ ਚੌਵੇਂ ਅਰਦਾਸਾਂ ਪੂਰਨ ਹੋ ਜਾਣ, ਫਿਰ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਬੇਨਤੀ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਜੀ ਚਾਰ ਪਦਾਰਥ ਹਾਥ ਗੁਰ ਪੰਜਵੀਂ ਇਹ ਅਰਦਾਸ। ਮਹਾਰਾਜ ਮੇਰੀ ਇਹੀ ਅਰਦਾਸ ਹੈ ਕਿ ਇਹ ਜਿਹੜੇ ਚਾਰ ਪਦਾਰਥ ਹਨ ਸਤਿਗੁਰੂ ਸਾਹਿਬ ਜੀ, ਸੋ ਇਸ ਨੂੰ ਮੈਂ ਪ੍ਰਾਪਤ ਕਰ ਲਏ ਨੇ। ਪੂਰੀ ਪਾਏ ਗੋ ਛੇਵੀਂ ਸ਼ਦਮ ਪ੍ਰਕਾਸ਼। ਬਾਅਦ ਦੇ ਵਿੱਚ ਛੇਵੀਂ ਅਰਦਾਸ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਪਾਤਸ਼ਾਹ ਜੀਓ, ਇਹ ਜਿਹੜੇ ਚਾਰ ਪਦਾਰਥ ਪਾ ਲਏ ਹਨ, ਪੰਜਵੀਂ ਅਰਦਾਸ ਕਰਨੀ ਹੈ ਮਹਾਰਾਜ, ਚਾਰ ਜਿਹੜੇ ਪਦਾਰਥ ਪ੍ਰਾਪਤ ਕਰ ਲਏ ਹਨ। ਇਹ ਜਿਹੜੀਆਂ ਚਾਰ ਅਰਦਾਸਾਂ ਕਰਕੇ ਸਤਿਗੁਰੂ ਸਾਹਿਬ ਜੀ ਯੋਗਾ ਅਭਿਆਸ ਕਰਕੇ ਦਸਮ ਦਵਾਰ ਦੇ ਵਿੱਚ
ਜਿਹੜੇ ਮੇਰੇ ਸਵਾਸ ਵੀ ਟਿਕ ਗਏ ਹਨ। ਸੋ ਬਾਅਦ ਦੇ ਵਿੱਚ ਪਾਤਸ਼ਾਹ ਜੀ ਦੇ ਪਾਸ ਇਸੇ ਤਰ੍ਹਾਂ 6ਵੀਂ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰ ਦੋ ਪਾਤਸ਼ਾਹ ਜੀ, ਇਹ ਜਿਹੜੀ ਮਾਇਆ ਹੈ ਨਾ, ਰਿੱਧੀਆਂ ਸਿੱਧੀਆਂ ਪਾਤਸ਼ਾਹ ਜੀ ਮੇਰੇ ਮਨ ਨੂੰ ਛਲ ਨਾ ਸਕਣ। ਸਤਿਗੁਰੂ ਸਾਹਿਬ ਜੀ ਰਿੱਧੀਆਂ ਸਿੱਧੀਆਂ ਦੇ ਪਿੱਛੇ ਲੱਗ ਕਰਕੇ ਮੈਂ ਆਪ ਜੀ ਦੇ ਨਾਮ ਨੂੰ ਭੁੱਲ ਨਾ ਜਾਵਾਂ। ਇਸ ਤਰ੍ਹਾਂ ਇਹ 6ਵੀਂ ਅਰਦਾਸ ਕਰਨੀ, ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਉੱਪਰ ਹੀ ਮੇਰੇ ਜਿਹੜੀ ਬਿਰਤੀ ਹੈ, ਮੇਰੇ ਜਿਹੜੇ ਸਤਿਗੁਰੂ ਸਾਹਿਬ ਜੀ ਅਵਸਥਾ ਹੈ, ਜਿਹੜੇ ਮੇਰੇ ਅੰਤਰ ਧਿਆਨ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਸ਼ਬਦ ਦੇ ਵਿੱਚ ਹੀ ਜੁੜਿਆ ਰਵੇ। ਸਤਵੇਂ ਸ਼ਰਨੀ ਆਏ ਪਰ ਸਤਿਗੁਰ ਪੂਰੀ ਪਾਏ। ਸੋ ਸਤਵੀਂ ਕੀ ਕਰਨੀ ਹੈ? ਸਤਿਗੁਰੂ ਸਾਹਿਬ ਜੀ ਦੇ ਸ਼ਰਨੀ ਆਉਣਾ। ਸਤਵੀਂ ਅਰਦਾਸ ਕਰਨੀ ਹੈ ਸਤਿਗੁਰੂ ਸਾਹਿਬ ਜੀ ਦੇ ਸ਼ਰਨ ਨੂੰ ਪ੍ਰਾਪਤ ਕਰਕੇ। ਹੈ ਮਹਾਰਾਜ, ਸੋ ਪੂਰਨ ਗਿਆਨ ਦੀ ਅਵਸਥਾ ਪਾ ਕਰਕੇ ਆਪ ਜੀ ਦੇ ਸ਼ਰਨ ਦੇ ਵਿੱਚ ਹੀ ਮੈਂ ਰਵਾਂ, ਆਪ ਜੀ ਦੇ ਚਰਨ ਸ਼ਰਨ ਦੇ ਵਿੱਚ ਟੇਕ ਦੇ ਆਸਰੇ ਹੀ ਮੈਂ ਰਵਾਂ, ਆਪ ਜੀ ਦੇ ਚਰਨਾਂ ਤੋਂ ਕਦੇ ਵੀ ਮੈਂ ਭੁੱਲਾਂ ਨਾ। ਇਸ ਤਰ੍ਹਾਂ ਜੋਗਾ ਅਭਿਆਸ ਦੀ ਅਵਸਥਾ ਰਿੱਧੀਆਂ ਸਦੀਆਂ ਨੂੰ ਪ੍ਰਾਪਤ ਕਰਕੇ। ਵੀ ਮਾਲਾ ਫੇਰੀਏ ਸਾਸ ਸਾਸ ਗੁਰ ਧਿਆਏ। ਸੋ ਇਸੇ ਤਰ੍ਹਾਂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਅਰਦਾਸ ਕਰਨੀ ਹੈ 8ਵੀਂ। ਸੱਚੇ ਪਾਤਸ਼ਾਹ ਜੀ ਜਿਹੜੇ ਸਵਾਸਾਂ ਦੀ ਜਿਹੜੀ ਮਾਲਾ ਹੈ, ਸੋ ਜਿਹੜੇ ਮੇਰੇ ਸਵਾਸ ਅੰਦਰ ਬਾਹਰ ਜਾਂਦੇ ਹਨ ਪਾਤਸ਼ਾਹ ਜੀ, ਇਹ ਸਵਾਸਾਂ ਦੇ ਨਾਲ, ਸਵਾਸਾਂ ਦੀ ਮਾਲਾ ਦੇ ਨਾਲ ਜਿਹੜਾ ਆਪ ਜੀ ਦਾ ਨਾਮ ਹੈ ਉਹ ਵੱਜ ਜਾਵੇ। ਸਵਾਸਾਂ ਦੇ ਨਾਲ ਮੈਂ ਆਪ ਜੀ ਦੇ ਨਾਮ ਨੂੰ ਜਪਾਂ, ਕਦੇ ਵੀ ਇੱਕ ਸਵਾਸ ਵੀ ਆਪ ਜੀ ਦੇ ਨਾਮ ਨੂੰ ਨਾ ਭੁੱਲਾਂ। ਸੋ ਸਤਿਗੁਰੂ ਸਾਹਿਬ ਜੀ ਐਸੀ ਕਿਰਪਾ ਕਰੋ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਰਸਨਾ ਦੇ ਉੱਪਰ ਆਪ ਜੀ ਦਾ ਜਿਹੜਾ ਨਾਮ ਹੈ ਉਹ ਟਿਕ ਜਾਵੇ। ਸਵਾਸ ਸਵਾਸ ਆਪ ਜੀ ਦੇ ਨਾਮ ਦੇ ਵਿੱਚ, ਆਪ ਜੀ ਦੇ ਨਾਮ ਦੇ ਵਿੱਚ, ਆਪ ਜੀ ਦੇ ਮੇਰੇ ਧਿਆਨ ਦੇ ਵਿੱਚ ਆਪ ਜੀ ਦਾ ਜਿਹੜਾ ਨਾਮ ਹੈ ਟਿਕਿਆ ਰਵੇ। ਨਾਵੀ ਨਿਤ ਗੁਰ ਸੇਵਨ ਨਰਕ ਨਿਵਾਰਨ ਜੋਗ। ਸੋ ਜਿਹੜੀ 9ਵੀਂ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ ਆਓ, ਇਹ ਜਿਹੜਾ ਨਰਕ ਹੈ ਨਾ, ਨਰਕ ਸਾਧ ਸੰਗਤ ਜੀ ਯੋਗਾ ਅਭਿਆਸ ਕਰਕੇ ਜਦੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਫਿਰ ਇਹ ਨਰਕਾਂ ਨੂੰ ਵੀ ਲੈ ਜਾਂਦੀਆਂ ਨੇ। ਸੋ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਹੈ ਮਹਾਰਾਜ ਕਿਰਪਾ ਕਰੋ ਜਿਹੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਇਹ ਨਰਕਾਂ ਵੱਲ ਨਾ ਖੜਨ, ਆਪ ਜੀ ਦੇ ਨਾਮ ਦੇ ਵਿੱਚ ਮੇਰੀ ਸੁਰਤੀ ਰਵੇ। ਸੋ ਆਪ ਜੀ ਦੇ ਸਿਮਰਨ ਦੇ ਵਿੱਚ ਜਿਹੜੀ ਮੇਰੀ ਬਿਰਤੀ ਟਿਕੀ ਰਵੇ। ਇਸ ਤਰ੍ਹਾਂ ਅਰਦਾਸ ਕਰਨੀ ਹੈ 9ਵੀਂ। ਦਸਵੇਂ ਦਗਧ ਨਾ ਹੋਈਏ ਸ਼ਾਂਤ ਯੋਗ ਮੈਂ ਹੋਗ। ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਜਿਹੜੀ 10ਵੀਂ ਅਰਦਾਸ ਕਰਨੀ ਹੈ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰੋ ਪਾਤਸ਼ਾਹ ਜੀ। ਸੋ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਦੀ ਅਵਸਥਾ ਪ੍ਰਾਪਤ ਹੋ ਗਈ ਹੈ, ਸੋ ਮਹਾਰਾਜ ਇਹਦੇ ਨਾਲ ਅੰਦਰ ਈਰਖਾ ਵੀ ਪੈਦਾ ਹੁੰਦੀ ਹੈ, ਅੰਦਰ ਸਾੜਾ ਵੀ ਪੈਦਾ ਹੁੰਦਾ ਹੈ। ਪਾਤਸ਼ਾਹ ਜੀ ਕਿਰਪਾ ਕਰੋ ਹੰਕਾਰ ਤੋਂ ਬਚਾ ਲਿਓ। ਅੰਦਰ ਜਿਹੜਾ ਹਿਰਦਾ ਹੈ ਨਾ, ਇਹਨੂੰ ਐ ਠੰਡਾ ਐ ਸ਼ਾਂਤ ਰੱਖ ਲਵੋ। ਸਿੱਖਾ ਭਰਮ ਨਾ ਕੀਜੀਏ ਬੁੱਧ ਰਾਖੀਏ ਠੌਰ। ਸੋ ਗੁਰੂ ਕੇ ਪਿਆਰਿਓ, ਇਹ ਬੇਨਤੀ ਕਰਨੀ ਮਹਾਰਾਜ, ਇਹ ਅਵਸਥਾ ਨੂੰ ਪ੍ਰਾਪਤ ਕਰਕੇ ਮੈਂ ਭਰਮ ਨਾ ਜਾਵਾਂ। ਇਸ ਤਰ੍ਹਾਂ ਅਰਦਾਸ ਕਰਨੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਸਿੱਖਾ, ਇਹ ਕਦੇ ਵੀ ਭਰਮ ਨਾ ਕਰੀਏ, ਨਾ ਹੀ ਕਦੇ ਮਤ ਨੂੰ ਭਰਮ ਦੇ ਵਿੱਚ ਪਾਉਣਾ ਕਰੀਏ, ਭਰਮ ਦੇ ਵਿੱਚ ਪੈ ਕਰਕੇ ਨਾ ਹੀ ਮਤ ਨੂੰ ਡਲਾਉਣਾ ਕਰੀਏ। ਸੋ ਸਿੱਖਾ ਸਦਾ ਹੀ ਗੁਰੂ ਦੇ ਚਰਨਾਂ ਦੇ ਆ ਟੇਕ ਰੱਖੇ, ਗੁਰੂ ਦੇ ਚਰਨਾਂ ਦਾ ਆਸਰਾ ਰੱਖੇ। ਇਸ ਤਰ੍ਹਾਂ ਦੀ ਅਵਸਥਾ ਬਣਾ ਕਰਕੇ ਰੱਖੇ। ਰਾਖਾ ਸਤਿਗੁਰ ਸਿੱਖ ਕਾ ਜਿਉ ਆਚਾਰ ਹਿਤ ਔਰ। ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਸਿੱਖ ਦਾ ਜਿਹੜਾ ਆਚਰਣ ਹੈ ਨਾ, ਜੇ ਉਹ ਠੀਕ ਰਹਿੰਦਾ ਹੈ, ਸਤਿਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਰਹਿੰਦਾ ਹੈ, ਸੋ ਸਤਿਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦਾ ਹੈ, ਫਿਰ ਰਾਈ ਮਾਤਰ ਵੀ ਉਹਨੂੰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਸਤਿਗੁਰੂ ਸਾਹਿਬ ਜੀ ਫਿਰ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਸਦਾ ਹੀ ਟਿਕਾ ਕਰਕੇ ਰੱਖਦੇ, ਉਹਦੀ ਬਿਰਤੀ ਨੂੰ ਆਪਣੇ ਚਰਨਾਂ ਦੇ ਵਿੱਚ ਖੁਬਾ ਕਰਕੇ ਰੱਖਦੇ, ਤ੍ਰਿਸ਼ਨਾ ਤੋਂ ਵਿਕਾਰਾਂ ਦੀ ਅੱਗ ਤੋਂ ਸਦਾ ਬਚਾ ਕਰਕੇ ਰੱਖਦੇ ਹਨ, ਹਿਰਦੇ ਨੂੰ ਸ਼ਾਂਤ ਕਰ ਦਿੰਦੇ ਨੇ। ਕਾਲੇ ਬਿਹਾਏ ਗੁਰੂ ਟਿਗ ਤੋਰੇ ਗੁਰੂ ਨਿਬਾਹਾ। ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਸਾਹਿਬ ਜੀ ਹੁਣ 13ਵੀਂ ਅਰਦਾਸ ਦੱਸਦੇ ਨੇ। ਕਹਿੰਦੇ 13ਵੀਂ ਅਰਦਾਸ ਇਸ ਤਰ੍ਹਾਂ ਕਰਨੀ ਹੈ ਕਿ ਹੇ ਸੱਚੇ ਪਾਤਸ਼ਾਹ ਜੀ, ਜਿਹੜਾ ਮੇਰਾ ਸੁਭਾਅ ਹੈ ਨਾ ਬੱਚਿਆਂ ਵਾਂਗ ਹੋ ਜਾਵੇ। ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਦਾ ਮੈਂ ਸਿੱਖ ਹਾਂ, ਆਪ ਜੀ ਦਾ ਬੱਚਾ ਬਣ ਕੇ ਆਪ ਜੀ ਦੇ ਸਦਾ ਹੀ ਆਪ ਜੀ ਦੇ ਪਾਸ ਰਹਿੰਦਾ ਰਵਾਂ। ਜਿਹੜੀ ਮੇਰੀ ਬਿਰਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਰਵੇ। ਮਹਾਰਾਜ ਆਪ ਜੀ ਨੂੰ ਮੈਂ ਪਿਤਾ ਕਰਕੇ ਜਾਣਾ, ਆਪ ਜੀ ਦਾ ਮੈਂ ਸਦਾ ਪੁੱਤਰ ਸੋ ਸਪੁੱਤਰ ਬਣ ਕੇ ਰਵਾਂ। ਇਸ ਤਰ੍ਹਾਂ ਦੀ ਜਿਹੜੀ ਬਿਰਤੀ ਮੈਨੂੰ ਬਖਸ਼ ਦਵੋ, ਜਿਹੜਾ ਮੇਰਾ ਸਦਾ ਹੀ ਨਿਰਵਾਹ ਕਰਦੇ ਰਹੋ।
ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਮੇਰਾ ਜਿਹੜਾ ਨਿਬਾਹ ਹੈ ਆਪ ਜੀ ਦੇ ਨਾਲ ਜਿਹੜਾ ਮੇਰਾ ਪ੍ਰੇਮ ਹੈ ਸਦਾ ਹੀ ਨਿਭ ਜਾਵੇ, ਕਦੇ ਵੀ ਪਾਤਸ਼ਾਹ ਜੀ ਆਪ ਜੀ ਤੋਂ ਮੈਂ ਟੁੱਟ ਨਾ ਸਕਾਂ। ਬਚਨ ਮਾਨ ਹਿਤ 15ਵੀਂ ਦੀਨਾ ਸਤਿਗੁਰ ਰਾਹਾ। ਸੋ ਗੁਰੂ ਕੇ ਪਿਆਰਿਓ ਜਿਹੜੀ 15ਵੀਂ ਅਰਦਾਸ 14ਵੀਂ ਤਾਂ ਹੋ ਗਈ ਨਾ, ਜਿਹੜਾ ਨਿਰਵਾਹ ਕਰਨਾ ਹੈ 13ਵੀਂ ਅਰਦਾਸ ਹੈ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਨੀ, ਮਹਾਰਾਜ ਮੈਂ ਆਪ ਜੀ ਦਾ ਬੱਚਾ ਬਣ ਕੇ ਰਵਾਂ, ਆਪ ਜੀ ਮੇਰੇ ਗੁਰੂ ਪਿਤਾ ਜੀ ਹੋ, ਮੈਂ ਆਪ ਜੀ ਦਾ ਸੁਪੁੱਤਰ ਬਣ ਜਾਵਾਂ। 14ਵੀਂ ਅਰਦਾਸ ਹੈ ਮਹਾਰਾਜ ਮੇਰਾ ਸਦਾ ਨਿਰਵਾਹ ਕਰਦੇ ਰਹੋ, ਮੇਰਾ ਕਾਰੋਬਾਰ ਜਿਹੜੇ ਵੀ ਕਾਰਜ ਹਨ ਕੰਮਕਾਰ ਦੇ ਵਿੱਚ ਮੇਰਾ ਸਤਿਗੁਰੂ ਸਾਹਿਬ ਜੀ ਸਾਥ ਨਾ ਛੱਡਿਓ, ਸਾਰੇ ਕੰਮਕਾਰ ਨੂੰ ਆਪ ਜੀ ਤੋਰੀ ਰੱਖਿਓ, ਕਿਤੇ ਵੀ ਪਿੱਠ ਨਾ ਲੱਗਣ ਦਿਓ। ਇਸੇ ਤਰ੍ਹਾਂ 15ਵੀਂ ਅਰਦਾਸ ਹੈ ਸਤਿਗੁਰੂ ਸਾਹਿਬ ਜੀ ਬਚਨ ਮਾਨ ਹਿਤ, ਮਹਾਰਾਜ ਜੀ ਆਪ ਜੀ ਦੇ ਬਚਨਾਂ ਨੂੰ ਮੈਂ ਮੰਨ ਸਕਾਂ, ਆਪ ਜੀ ਦੇ ਕਹੇ ਹੋਏ ਬਚਨਾਂ ਤੇ ਮੈਂ ਅਡੋਲ ਭਰੋਸਾ ਰੱਖਾਂ, ਜਿਸ ਤਰ੍ਹਾਂ ਵੀ ਆਪ ਜੀ ਨੇ ਬਚਨ ਕੀਤਾ ਉਸ ਨੂੰ ਸਤ ਬਚਨ ਕਹਿ ਕਰਕੇ ਮੰਨਾਂ, ਸਦਾ ਹੀ ਅਡੋਲ ਚਿੱਤ ਰਵਾਂ। ਸੋ ਇਸ ਤਰ੍ਹਾਂ 15ਵੀਂ ਅਰਦਾਸ ਹੈ ਦੀਨਾ ਸਤਿਗੁਰੂ ਰਾਹ, ਮਹਾਰਾਜ ਫਿਰ ਜਿਹੜਾ ਦੀਨਾ ਹੈ ਦੀਨਾ ਦੇ ਨਾਥ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਸਾਹਿਬ ਜੀ ਜਿਹੜਾ ਸ੍ਰੇਸ਼ਟ ਰਸਤਾ ਹੈ ਨਾ ਮੁਕਤੀ ਦਾ ਉਹ ਸਤਿਗੁਰੂ ਸਾਹਿਬ ਜੀ ਪ੍ਰਾਪਤ ਕਰਾ ਦੇਵੇ। ਇਸ ਤਰ੍ਹਾਂ ਅਰਦਾਸ ਕਰਨੀ ਹੈ 15ਵੀਂ। ਮਾਨ ਦੇ ਕੁਲ ਕੀ ਰਹਿ ਬਨੈ ਸੰਬੰਧੀ ਸੰਤ। ਫਿਰ ਇੱਥੇ ਨਹੀਂ ਕਿ ਆਪਣੀ ਮੁਕਤੀ ਦੀ ਦਾਤ ਮੰਗ ਲਈ ਕਿ ਆਪਣੇ ਸਾਥ ਸੰਬੰਧੀਆਂ ਦੀ ਵੀ ਅਰਦਾਸ ਕਰਨੀ ਹੈ, ਬੇਨਤੀ ਕਰਨੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ, ਆਪ ਜੀ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਹੈ, ਇਹ ਦਗਦਾ ਕਰਦੀ ਜਿਹੜੀ ਵਿਕਾਰਾਂ ਦੀ ਅੱਗ ਤੋਂ ਮੈਨੂੰ ਕੱਢ ਲਿਆ ਹੈ। ਪਾਤਸ਼ਾਹ ਜੀ ਜਿਹੜੇ ਮਾਨ ਦੇ ਹੈ ਜਿਹੜੇ ਮੇਰੇ ਸਾਖ ਸੰਬੰਧੀ ਹਨ, ਪਾਤਸ਼ਾਹ ਜੀ ਕਿਰਪਾ ਕਰੋ ਸੋ ਉਹ ਵੀ ਮਹਾਰਾਜ ਆਪ ਜੀ ਦੇ ਹੁਕਮਾਂ ਨੂੰ ਮੰਨ ਲੈਣ। ਜਿਸ ਤਰ੍ਹਾਂ ਪਾਤਸ਼ਾਹ ਜੀ ਮਾਨ ਦੀਏ, ਮਹਾਰਾਜ ਆਪ ਜੀ ਨੇ ਸੰਸਾਰ ਦੇ ਵਿੱਚ ਮੈਨੂੰ ਮਾਨ ਦਿੱਤਾ ਹੈ। ਇਹ ਜਿਹੜੀ 17ਵੀਂ ਅਰਦਾਸ ਹੈ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਨੀ, ਮਹਾਰਾਜ ਸੰਸਾਰ ਦੇ ਵਿੱਚ ਆਪ ਜੀ ਨੇ ਮੈਨੂੰ ਮਾਣ ਦਿੱਤਾ, ਸੋਭਾ ਵਡਿਆਈ ਦਿੱਤੀ ਹੈ। ਨਿਵੈਥਿਤ ਸ਼ੁੱਧ ਗ੍ਰਹਿ ਇਹ ਖੂਬ ਕਲਕੰਤ। ਸੋ ਇਸੇ ਤਰ੍ਹਾਂ ਬੇਨਤੀ ਕਰਨੀ ਹੈ ਮਾਨ ਦੀ ਹੈ, ਪਾਤਸ਼ਾਹ ਜੀ ਆਪ ਜੀ ਨੇ ਮੈਨੂੰ ਮਾਣ ਦਿੱਤਾ ਹੈ। ਅੱਧੀ ਪੜ ਸੋ ਆਪ ਜੀ ਨੇ ਸੰਸਾਰ ਦੇ ਵਿੱਚ ਮੈਨੂੰ ਮਾਣ ਦਿੱਤਾ ਹੈ, ਪਾਤਸ਼ਾਹ ਜੀ ਲੋਕ ਦੇ ਵਿੱਚ ਤਾਂ ਮਾਣ ਦਿੱਤਾ, ਪਰਲੋਕ ਦੇ ਵਿੱਚ ਵੀ ਸਤਿਗੁਰੂ ਸਾਹਿਬ ਜੀ ਸੋਭਾ ਵਡਿਆਈ ਦੀ ਹੈ। ਕੁੱਲ ਕੀ ਰਹੇ ਮਹਾਰਾਜ ਜਿਹੜੀ ਮੇਰੀ ਕੁੱਲ ਹੈ ਨਾ ਸੋ ਇਹਦੇ ਵਿੱਚ ਆਪ ਜੀ ਦੀ ਜਿਹੜੀ ਸਿੱਖੀ ਹੈ ਨਾ ਉਹ ਬਣੀ ਰਵੇ, ਪਾਤਸ਼ਾਹ ਜੀ ਜਿਹੜੀ ਇੱਜ਼ਤ ਆਬਰੂ ਹੈ ਮੇਰੀ ਕੁੱਲ ਦੀ ਉਹ ਬਣੀ ਰਵੇ, ਆਪ ਜੀ ਦੇ ਚਰਨਾਂ ਦੇ ਨਾਲ ਹੀ ਜੁੜੀ ਰਵੇ, ਸਾਰੀ ਜਿਹੜੀ ਮੇਰੀ ਕੁੱਲ ਹੈ ਮੇਰਾ ਵੰਸ਼ ਹੈ। ਇਸ ਤਰ੍ਹਾਂ ਅਰਦਾਸ ਕਰਨੀ ਹੈ ਸਤਿਗੁਰੂ ਸਾਹਿਬ ਜੀ ਦੇ ਪਾਸ। 18ਵੀਂ ਬਨੇ ਸੰਬੰਧੀ ਸੰਤ, ਸੋ 19ਵੀਂ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ ਜਿਹੜੇ ਮੇਰੇ ਸਾਖ ਸੰਬੰਧੀ ਹਨ ਉਹ ਸਾਰੇ ਗੁਰਸਿੱਖ ਬਣ ਜਾਣ, ਗੁਰਮੁਖ ਬਣ ਜਾਣ, ਸੰਤ ਮਹਾਤਮਾ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਪੂਰਨ ਗੁਰੂ ਦੇ ਨਾਲ ਜੁੜ ਕਰਕੇ ਸਾਧੂ ਸੰਤ ਬਣ ਜਾਣ, ਗੁਰਮੁਖ ਬਣ ਜਾਣ। ਸੋ ਬ੍ਰਿਤ ਨਿਵੈ, ਪਾਤਸ਼ਾਹ ਜੀ ਕਿਰਪਾ ਕਰੋ ਜਿਹੜੀ ਮੇਰੀ ਬਿਰਤੀ ਹੈ ਸਦਾ ਇਹ ਨਿਮਾਣੀ ਬਣ ਕੇ ਰਵੇ, ਆਪ ਜੀ ਦੇ ਚਰਨਾਂ ਦੇ ਵਿੱਚ ਮੇਰੀ ਬਿਰਤੀ ਦਾ ਝੁਕਾਵ ਰਵੇ, ਹੰਕਾਰ ਦੇ ਵਿੱਚ ਨਾ ਉਹ ਆ ਜਾਵਾਂ ਕਰੇ, ਫਨੀਅਰ ਨਾਗ ਵਾਂਗੂ ਮੈਂ ਫਨ ਨਾ ਚੁੱਕਣ ਲੱਗ ਜਾਵਾਂ, ਪਾਤਸ਼ਾਹ ਜੀ ਸਦਾ ਨਿਆਂ ਕਰਕੇ ਰਵਾਂ। ਇਸ ਤਰ੍ਹਾਂ ਦੀ ਜਿਹੜੀ ਮੇਰੀ ਬਿਰਤੀ ਹੈ ਨਾ ਨਿਮਾਣੇਪਣ ਦੀ ਅਵਸਥਾ ਜਿਹੜੀ ਪ੍ਰਾਪਤ ਕਰ ਦਈਏ ਜੀ। ਥਿਤ ਸੁਧ ਗ੍ਰਹਿ ਮਹਾਰਾਜ ਜਿਹੜੀ ਇਸੇ ਤਰ੍ਹਾਂ ਅਰਦਾਸ ਕਰਨੀ ਹੈ ਪਾਤਸ਼ਾਹ ਜੀ। ਸੋ 21ਵੀਂ ਅਰਦਾਸ ਹੈ ਮਹਾਰਾਜ ਮੇਰੇ ਘਰ ਦੀ ਜਿਹੜੀ ਸੁੱਧੀ ਹੈ ਨਾ ਸੋ ਜਿਹੜੀ ਮੇਰੇ ਘਰ ਦੇ ਸਤਿਗੁਰੂ ਸਾਹਿਬ ਜੀ ਘਰ ਦੇ ਵਿੱਚ ਜਿਹੜੀ ਸਿੱਧੀ ਟਿੱਕੀ ਰਵੇ, ਰਿੱਧੀ ਸਿੱਧੀ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜੀ ਸਿੱਧੀ ਰਿੱਧੀ ਹੋਵੇ ਨਾ ਘਰ ਦੇ ਵਿੱਚ ਬਰਕਤਾਂ ਹੋਣ, ਬਰਕਤਾਂ ਟਿਕੀਆਂ ਰਹਿਣ। ਸੋ ਇਸ ਤਰ੍ਹਾਂ ਬੇਨਤੀ ਕਰਨੀ ਹੈ। ਸੋ ਘਰ ਦੇ ਵਿੱਚ ਸਿੱਧੀ ਰਵੇ, ਜਿਹੜਾ ਵੀ ਕੰਮ ਕਰੀਏ ਉਹ ਸਿੱਧਾ ਹੋ ਜਾਵੇ, ਕੋਈ ਰੁਕਾਵਟ ਨਾ ਆਵੇ, ਸੋ ਘਰ ਦੇ ਉੱਪਰ ਕਿਸੇ ਬੁਰੀ ਬਲਾ ਦਾ ਅਸਰ ਨਾ ਹੋ ਸਕੇ। ਇਸੇ ਤਰ੍ਹਾਂ ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਨੀ ਇਹੀ ਖੂਬ ਕੁਲ ਕੰਤ। ਸੋ 22ਵੀਂ ਅਰਦਾਸ ਕਰਨੀ ਹੈ ਮਹਾਰਾਜ ਇਸ ਲੋਕ ਵਿੱਚ ਇਲਾਹੀ ਜਿਹੜੀ ਆਪ ਜੀ ਦੀ ਸੁੰਦਰਤਾ ਹੈ ਉਹ ਪਿਆਰੀ ਲੱਗੇ, ਜਿਹੜੀ ਮੇਰੀ ਕੁੱਲ ਜਿਹੜਾ ਮੇਰਾ ਪਰਿਵਾਰ ਹੈ ਆਪ ਜੀ ਦੀ ਸਤਿਗੁਰੂ ਸਾਹਿਬ ਜੀ ਜੋ ਇਲਾਹੀ ਸਿੱਖੀ ਹੈ ਨਾ ਆਪ ਜੀ ਦਾ ਸ੍ਰੇਠ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ ਉਹਦੇ ਨਾਲ ਪ੍ਰੇਮ ਬਣਿਆ ਰਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਰਕੇ ਹੋਰ ਮੜੀਆਂ ਕਬਰਾਂ ਤੇ ਜਾ ਕਰਕੇ ਨੱਕ ਗੋਡੇ ਨਾ ਰਗੜਨਾ। ਤੇਵੇ ਤਰਗਸ ਗੁਰੂ ਕਾ, ਸੋ 23ਵੀਂ ਪੂਰੀ ਪੜ੍ਹਦੇ 24 ਕਟਾਰੇ ਸਿੱਧ। 23ਵੀਂ ਤਰਗਸ ਗੁਰੂ ਕਾ, ਇਸ ਤਰ੍ਹਾਂ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਜੀ। ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਂ ਜਿਹੜਾ ਤੀਰ ਤਰਕਸ਼ ਹੈ ਨਾ ਪਹਿਨਿਆ ਆਪ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਪਹਿਨਿਆ ਹੋਇਆ ਤੀਰ ਤਰਕਸ਼ ਹੈ। ਸਾਧ ਸੰਗਤ ਜੀ ਜਿਹੜੇ ਸ਼ਸਤਰ ਧਾਰੀ ਹਨ ਉਹ ਸ਼ਸਤਰਾਂ ਦੀ ਵੀ ਅਰਦਾਸ ਕਰਦੇ ਹਨ ਕਿ ਪਾਤਸ਼ਾਹ ਜੀ ਜਿਹੜਾ ਮੇਰਾ ਸ਼ਸਤਰ ਪਹਿਨਿਆ ਮੈਨੂੰ ਕਦੀ ਧੋਖਾ ਨਾ ਦੇਵੇ, ਜੰਗ ਯੁੱਧ ਦੇ ਵਿੱਚ ਕਿਤੇ ਬਿਪਤਾ ਪੈ ਜਾਵੇ ਉੱਥੇ ਇਹ ਨਾ ਹੋਵੇ ਕਿ ਮੇਰਾ ਸ਼ਸਤਰ ਖੋਹ ਲਵੇ ਕੋਈ ਜਾਂ ਮੇਰਾ ਸ਼ਸਤਰ ਚੱਲੇ ਹੀ ਨਾ।
ਸੋ ਉਸ ਜਿਹੜੇ ਸਿੰਘ ਤਿਆਰ ਬਰਤੇ ਹਨ ਆਪਣੇ ਸ਼ਸਤਰਾਂ ਦੀ ਵੀ ਅਰਦਾਸ ਕਰਦੇ, ਮਹਾਰਾਜ ਜਿਹੜਾ ਮੇਰਾ ਪੱਥਾ ਹੈ, ਮੇਰਾ ਤੇਗਾ, ਮੇਰਾ ਖੰਡਾ ਹੈ ਜਾਂ ਪਿਸਤੌਲ ਹੈ, ਮਹਾਰਾਜ ਜਦੋਂ ਕੋਈ ਵੈਰੀ ਆ ਜਾਵੇ ਉਸ ਸਮੇਂ ਪਾਤਸ਼ਾਹ ਜੀ ਮੇਰਾ ਜਿਹੜਾ ਪੱਥਾ ਜਾਂ ਤੀਰ ਹਨ ਸਤਿਗੁਰੂ ਸਾਹਿਬ ਜੀ ਇਹ ਪੁਰਸ਼ਾਰਥ ਹੋਣ, ਇਹ ਪੂਰੇ ਬਲ ਦੇ ਨਾਲ ਵੈਰੀ ਵੱਲ ਚੱਲਣ ਸਤਿਗੁਰੂ ਸਾਹਿਬ ਜੀ। ਇਸੇ ਤਰ੍ਹਾਂ 24ਵੀਂ ਜੀ ਅਰਦਾਸ ਹੈ ਕਟਾਰੀ ਸਿੱਧ, ਪਾਤਸ਼ਾਹ ਜੀ ਜਿਹੜੀ ਮੇਰੀ ਕਟਾਰ ਹੈ ਉਹਨੂੰ ਸਿੱਧੀ ਬਖਸ਼ ਦਿਓ, ਜਿੱਧਰ ਵੀ ਜਾਵੇ ਕੰਮ ਫਤਿਹ ਕਰਕੇ ਆਵੇ। ਪੰਚਵੀਂ ਪਤ ਸਿਓ ਗੁਰੂ ਥਿਰ, ਛੱਬੀ ਗੁਰ ਟਿਗ ਬ੍ਰਿਧ। ਸਾਧ ਸੰਗਤ ਜੀ ਕਟਾਰ ਕਹੀਏ ਹੱਥ ਦੇ ਵਿੱਚ ਫੜਨ ਵਾਲੀ ਹੁੰਦੀ ਹੈ ਕਿ ਜਿੱਧਰ ਵੀ ਮੈਂ ਕਟਾਰ ਵੈਰੀ ਨੂੰ ਮਾਰਾਂ ਉਸ ਵੈਰੀ ਦਾ ਸੋ ਵੈਰੀ ਨੂੰ ਬੋਲੇ ਸੋ ਨਿਹਾਲ ਹੀ ਕਰ ਦਵੇ ਅਕਾਲ ਉਹਦਾ, ਸੋ ਗਾਟਾ ਲਾ ਦਵੇ, ਸੋ ਇਹ ਜਿਹੜਾ ਵਾਰ ਹੈ ਉਹ ਚੱਲ ਜਾਵੇ, ਸੋ ਸਿੱਧਾ ਵਾਰ ਚੱਲੇ ਵਾਰ ਰੁਕੇ ਨਾ। ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਨੀ। ਪੰਜਵੀਂ ਪਤ ਸਿਓ ਗੁਰੂ ਥਿਤ, ਛੱਬਵੀਂ ਗੁਰ ਟਿਗ ਬ੍ਰਿਧ। ਸੋ ਜਿਹੜੀ ਪੰਜਵੀਂ ਅਰਦਾਸ ਕਰਨੀ ਹੈ ਕਿ ਮੈਂ ਸਤਿਗੁਰੂ ਸਾਹਿਬ ਜੀਓ ਇਸ ਸੰਸਾਰ ਦੇ ਵਿੱਚ ਜੀਵਨ ਸਫਲ ਕਰਕੇ ਨਾਮ ਜਪ ਕਰਕੇ ਬੜੀ ਪਤ ਸਿਓ ਛੇਤੀ ਘਰ ਆਵੋ, ਮਹਾਰਾਜ ਮੈਂ ਆਪਣੀ ਇੱਜ਼ਤ ਆਬਰੂ ਪਤ ਦੇ ਨਾਲ ਨਾਮ ਜਪ ਕਰਕੇ ਪਾਤਸ਼ਾਹ ਜੀ ਆਪ ਜੀ ਦੇ ਘਰ ਦੇ ਵਿੱਚ ਪੁੱਜ ਸਕਾਂ, ਆਪ ਜੀ ਦੇ ਘਰ ਦੇ ਵਿੱਚ ਆਪ ਜੀਆਂ ਦੇ ਚਰਨਾਂ ਨੂੰ ਮੈਂ ਪ੍ਰਵਾਨ ਹੋ ਜਾਵਾਂ, ਸੱਚਖੰਡ ਵਿਖੇ ਮੈਂ ਆ ਜਾਵਾਂ। ਇਸ ਤਰ੍ਹਾਂ ਅਰਦਾਸ ਕਰਨੀ ਹੈ ਪਾਤਸ਼ਾਹ ਜੀ ਮੈਂ ਪਤ ਛੇਤੀ ਘਰ ਜਾਵਾਂ, ਪਤ ਦੇ ਸਹਿਤ ਮੈਂ ਆਪ ਜੀ ਦੇ ਘਰ ਦੇ ਵਿੱਚ ਆ ਜਾਵਾਂ। ਛੱਬਵੀਂ ਅਰਦਾਸ ਗੁਰ ਟਿਗ ਬ੍ਰਿਧ। ਸੋ ਮਹਾਰਾਜ ਜੀ ਆਪ ਜੀ ਦੇ ਸਦਾ ਹੀ ਮੇਰਾ ਜਦੋਂ ਤੱਕ ਸਰੀਰ ਹੈ ਸਰੀਰ ਦੇ ਵਿੱਚ ਹੀ ਆਪ ਜੀ ਮਹਾਰਾਜ ਮੈਨੂੰ ਵਡਿਆਈ ਬਖਸ਼ੋ, ਆਪ ਜੀ ਦੇ ਚਰਨਾਂ ਦੇ ਵਿੱਚ ਸਦਾ ਮੇਰਾ ਨਿਵਾਸ ਰਵੇ, ਸੰਸਾਰ ਦੇ ਵਿੱਚ ਹੀ ਮੇਰੀ ਬਿਰਤੀ ਜਿਹੜੀ ਆਪ ਜੀ ਦੇ ਚਰਨਾਂ ਦੇ ਨਾਲ ਜੁੜੀ ਰਵੇ। ਸੋ ਇਸੇ ਤਰ੍ਹਾਂ ਜਿਹੜੀ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਵੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆ ਟਿਕਾਂ। 101 ਅਰਦਾਸ ਕਰ, 100 ਬਰਸਾਂ ਕੇ ਦੁਖ। ਗੁਰੂ ਕੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬਿਸੰਬਰ ਦਾਸ ਇਹ ਜਿਹੜੀਆਂ ਪਿੱਛੇ 75 ਤੇ ਇੱਥੇ 26 ਅਰਦਾਸਾਂ ਦਸੀਆਂ ਹਨ। 101 ਅਰਦਾਸ ਕਰ, ਜੇ ਕਿਤੇ ਵੀ ਬਿਪਤਾ ਪੈ ਜਾਵੇ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਉਹ 101 ਅਰਦਾਸਾਂ ਦੇ ਵਿੱਚੋਂ ਜਦੋਂ ਵੀ ਕੋਈ ਤਕਲੀਫ ਪੈ ਜਾਵੇ ਕੋਈ ਪੀੜਾ ਆ ਜਾਵੇ ਇਹ ਅਰਦਾਸ ਕਰ ਲਵੇ। ਸੋ ਇਸੇ ਤਰ੍ਹਾਂ 100 ਬਰਸਾ ਕੇ ਦੁੱਖ, ਜੇ ਤਾਂ 101 ਅਰਦਾਸ ਸਾਰੀ ਜ਼ਿੰਦਗੀ ਦੇ ਵਿੱਚ ਕਰੇਗਾ ਗੁਰਸਿੱਖ ਫਿਰ ਕਹਿੰਦੇ ਉਹਨੂੰ 100 ਜਨਮਾਂ ਦੇ ਜਿਹੜੇ ਸੁੱਖ ਹਨ ਉਹ ਪ੍ਰਾਪਤ ਹੋਣਗੇ, ਉਹਨਾਂ ਜਿਹੜੇ ਦੁੱਖ ਹਨ ਕਲੇਸ਼ ਹਨ ਦਲਿੱਦਰ ਪਾਪ ਉਹ ਨਾਸ਼ ਹੋ ਜਾਣਗੇ। ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਮੋਖ। ਸੋ ਕਹਿੰਦੇ ਇਸੇ ਤਰ੍ਹਾਂ ਬਰਸ 100 ਜਿਹੜੇ ਬਰਸਾਂ ਦੇ ਜਿਹੜੇ ਦੁੱਖ ਆ ਉਹ ਸਤਿਗੁਰੂ ਸਾਹਿਬ ਜੀ ਗਵਾਵੇ ਨਾਸ਼ ਕਰ ਦਿੰਦੇ ਨੇ। 100 ਜਨਮਾਂ ਦੇ ਜਿਹੜੇ ਪਾਪ ਸਤਿਗੁਰੂ ਸਾਹਿਬ ਜੀ ਨਾਸ਼ ਕਰ ਦਿੰਦੇ ਨੇ। ਸੋ ਪਾਵੇ ਗੁਰ ਪਦ ਮੋਖ, ਫਿਰ ਪੂਰਨ ਗੁਰੂ ਦੇ ਪਾਸੋਂ ਜਿਹੜੀ ਮੁਕਤੀ ਦੀ ਪ੍ਰਾਪਤੀ ਹੈ ਉਹ ਪ੍ਰਾਪਤ ਕਰ ਲਵੇਗਾ ਪੂਰਨ ਗੁਰਸਿੱਖ ਜਿਹੜਾ 101 ਅਰਦਾਸ ਕਰੇਗਾ ਆਪਣੇ ਜੀਵਨ ਕਾਲ ਦੇ ਵਿੱਚ। ਅਰਦਾਸੀਆ ਜੋਗ ਹੈ ਤਾਂ ਕਿ ਪੂਜੈ ਪਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤਾਂ ਕਿਸੇ ਨੂੰ ਅਰਦਾਸ ਨਹੀਂ ਕਰਨੀ ਆਉਂਦੀ ਫਿਰ ਜਿਹੜਾ ਜੋਗੀ ਅਰਦਾਸ ਹੈ ਜਿਹੜਾ ਜੋਗ ਹੈ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਤਿਆਰ ਬਰ ਤਿਆਰ ਹੈ, ਤਨ ਕਰਕੇ ਮਨ ਕਰਕੇ ਬਾਣੀ ਕਰਕੇ ਤਿਆਰ ਬਰ ਤਿਆਰ ਹੈ, ਕਕਾਰਾਂ ਕਰਕੇ ਤਿਆਰ ਬਰ ਤਿਆਰ ਹੈ। ਸੋ ਜਿਹੜਾ 4 ਬੱਜਰ ਕਰਾਤਾਂ ਤੋਂ ਬਚਿਆ ਹੋਇਆ ਹੈ, ਹੁੱਕਾ ਹਜਾਮਤ ਹਲਾਲੋ ਹਰਾਮ, 5 ਕਕਾਰਾਂ ਦਾ ਧਾਰਨੀ ਹੈ, 7 ਬਾਣੀਆਂ ਦਾ ਨਿਤਨੇਮੀ ਹੈ। ਸੋ ਐਸਾ ਜਿਹੜਾ ਅਰਦਾਸੀਆ ਸਿੱਖ ਹੈ ਨਾ ਮੇਵੜੇ ਸਿੱਖ ਦੇ ਪਾਸੋਂ ਅਰਦਾਸੀਏ ਸਿੱਖ ਦੇ ਪਾਸੋਂ ਅਰਦਾਸ ਕਰਾਉਣੀ ਹੈ ਤਾਂ ਕਿ ਪੂਜਾ ਪਾਏ। ਕਹਿੰਦੇ ਫਿਰ ਉਹਦੀ ਪੂਜਾ ਜਿਹੜੀ ਹੈ ਨਾ ਉਹ ਪੂਜਾ ਵੀ ਦੇਣੀ ਹੈ, ਅਰਦਾਸ ਦੀ ਭੇਟਾ ਵੀ ਦੇਣੀ ਹੈ, ਉਸ ਨੂੰ ਪ੍ਰਾਪਤ ਕਰ ਲਵੇ ਜੋ ਸਿੱਖ ਫਿਰ ਉਹ ਅਰਦਾਸ ਕਰੇ। ਇਹ ਨਹੀਂ ਕਿ ਖਾਲੀ ਅਰਦਾਸ ਕਰਵਾ ਦੇਣੀ ਹੈ। ਸੋ ਅਰਦਾਸੀਏ ਨੂੰ ਅਰਦਾਸ ਦੀ ਭੇਟਾ ਵੀ ਦੇਣੀ ਹੈ। ਜੇ ਸਿੱਖ ਸੁਖੀ ਸੋ ਹੋਏਗਾ ਸੋ ਅਰਦਾਸ ਕਰਾਏ। ਐਸਾ ਜਿਹੜਾ ਤਿਆਰ ਬਰ ਤਿਆਰ ਅਰਦਾਸੀਆ ਸਿੱਖ ਜੇ ਇਸ ਦੇ ਪਾਸੋਂ ਕੋਈ ਸਿੱਖ ਅਰਦਾਸ ਕਰਾ ਲਵੇ ਫਿਰ ਉਹਦੀ ਮਨ ਦੀ ਭਾਵਨਾ ਪੂਰੀ ਹੋ ਜਾਵੇਗੀ, ਉਹ ਸੁਖੀ ਵਾਲਾ ਸੁਖੀ ਹੋ ਜਾਵੇਗਾ, ਉਹ ਸੁਖ ਨੂੰ ਪ੍ਰਾਪਤ ਕਰ ਲਵੇਗਾ। ਸਤਿਗੁਰ ਹਿਤ ਦਸਵੰਦ ਦੇ ਸਿੱਖੀ ਜੁਗਤ ਰਹਾਏ। ਸੋ ਗੁਰੂ ਕੇ ਪਿਆਰਿਓ ਫਿਰ ਇਸ ਤਰ੍ਹਾਂ ਕਰਨਾ ਹੈ, ਸਿੱਖ ਨੇ ਦਸਵੰਦ ਕੱਢਣਾ ਹੈ। 10 ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦਸਵੰਦ ਕੱਢਣਾ ਹੈ, 10ਵਾਂ ਹਿੱਸਾ ਕੱਢਣਾ ਹੈ। 100 ਦੇ ਵਿੱਚੋਂ 10 ਰੁਪਏ, 1000 ਦੇ ਵਿੱਚੋਂ 100 ਰੁਪਈਆ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਮਾਇਆ ਦਾ 10ਵਾਂ ਹਿੱਸਾ ਕੱਢਣਾ ਹੈ। ਸੋ ਇਹ ਮਾਇਆ ਕੱਢਣੀ ਹੈ, ਦਸਵੰਧ ਜਿਹੜਾ ਕੱਢੇਗਾ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਸਿੱਖੀ ਜੁਗਤ ਰਹਾਏ। ਸੋ ਜਿਹੜਾ ਕਹਿੰਦੇ ਰਹਿਤ ਬਹਿਤ ਦੇ ਵਿੱਚ ਪੂਰਾ ਰਵੇਗਾ। ਸੋ ਸਿੱਖੀ ਜੁਗਤ ਜੁਗਤੀ ਦੇ ਨਾਲ ਕਹਿੰਦੇ ਫਿਰ ਰਹਾਏ।
ਸੋ ਕਹਿੰਦੇ ਇਹ ਸੰਸਾਰ ਦੇ ਵਿੱਚ ਰਹੇਗਾ, ਤਿਆਰ ਬਰ ਤਿਆਰ ਰਹੇਗਾ ਰਹਿਤ ਬੈਤ ਦੇ ਵਿੱਚ। ਸੋ ਕਹਿੰਦੇ ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਕਹਿੰਦੇ ਉਹ ਪ੍ਰਾਪਤੀ ਕਰੇਗਾ ਸਿੱਖੀ ਦੀ। ਨਾਨ ਦਾਨ ਸਤਨਾਮ ਮੈਂ ਹੈ ਵਰਤੇ ਬੈਸ ਬਿਤਾਏ। ਜੋ ਸਿੱਖੀ ਦੀ ਜਿਸਨੇ ਪ੍ਰਾਪਤੀ ਕੀਤੀ, ਜਿਹੜਾ ਸਿੰਘ ਸੱਜਿਆ ਹੈ, ਫਿਰ ਉਹਦਾ ਨਿਯਮ ਵੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਉਸਨੇ ਤਿਆਰ ਬਰ ਤਿਆਰ ਰਹਿਣਾ। ਅੰਮ੍ਰਿਤ ਵੇਲਾ ਹੋ ਗਿਆ, ਇਹ ਨਹੀਂ ਕਿ 8-9 ਵਜੇ 10 ਵਜੇ ਤੱਕ ਸੁੱਤਾ ਹੀ ਰਹਿਣਾ, ਮੂੰਹ ਟੱਡ ਕਰਕੇ ਸੁੱਤੇ ਨਹੀਂ ਰਹਿਣਾ। ਅੰਮ੍ਰਿਤ ਵੇਲੇ ਹੋਣ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਤਾਰਿਆਂ ਦੀ ਛਾਵੇਂ ਹੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੈਣਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਫਿਰ ਕਿਹੜਾ ਦਾਨ ਕਰਨਾ ਹੈ, ਮਨ ਦਾ ਦਾਨ ਹੈ, ਗੁਰਬਾਣੀ ਪੜ੍ਹਨੀ ਹੈ, ਮਨ ਕਰਕੇ ਦਾਨ ਕਰਨਾ, ਗੁਰਬਾਣੀ ਪੜ੍ਹਨੀ ਹੈ। ਫਿਰ ਇਸੇ ਤਰ੍ਹਾਂ ਜਿਹੜਾ ਦਾਨ ਕਰਨਾ, ਜੇ ਕੋਈ ਗਰੀਬ ਆ ਜਾਂਦਾ ਹੈ, ਤਾਣਾ ਨਿਮਾਣਾ ਆ ਜਾਂਦਾ, ਜਿਹਦੇ ਪਾਸ ਬਸਤਰ ਨਹੀਂ, ਖਾਣ ਲਈ ਭੋਜਨ ਨਹੀਂ, ਉਸ ਨੂੰ ਭੋਜਨ ਲੈ ਦੇਣਾ ਹੈ। ਇਸੇ ਤਰ੍ਹਾਂ ਉਸ ਨੂੰ ਰਸਤਾਂ ਲੈ ਦੇਣੀਆਂ, ਬਸਤਰ ਲੈ ਦੇਣੇ ਨੇ। ਸੋ ਜੇ ਕਿਸੇ ਗੁਰਸਿੱਖ ਦੇ ਪਾਸ ਕੋਈ ਵਸਤੂ ਨਹੀਂ, ਉਸ ਸਿੱਖ ਨੂੰ ਵਸਤੂ ਦੇ ਦੇਣੀ ਹੈ ਕੋਈ ਲੈ ਕਰਕੇ। ਦਾਨ ਦਿਓ ਇਨੀ ਕੋ ਭਾਵਤ ਔਰ ਕੋ ਦਾਨ ਨਾ ਲਾਗਤ ਨੀਕੋ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਦਾਨ ਹੈ ਨਾ, ਦਾਨ ਕੀਤਾ ਹੋਇਆ ਸਿੰਘਾਂ ਨੂੰ ਦਾਨ ਕੀਤਾ ਲੱਗੇਗਾ। ਜੋ ਜ਼ਿਆਦਾ ਫਲ ਹੈ ਨਾ ਉਹ ਪ੍ਰਾਪਤ ਸਿੰਘਾਂ ਨੂੰ ਦਾਨ ਜਿਹੜਾ ਦਿੱਤਾ ਹੈ ਉਹਦੀ ਜ਼ਿਆਦਾ ਦਾਨ ਕੀਤੇ ਹੋਏ ਦੀ ਪ੍ਰਾਪਤੀ ਹੋਵੇਗੀ, ਫਲ ਦੀ ਪ੍ਰਾਪਤੀ ਹੋਵੇਗੀ। ਹੋਰ ਨੂੰ ਦਾਨ ਦਿੱਤੇ ਹੋਏ ਦਾ ਇੰਨਾ ਫਲ ਨਹੀਂ ਪ੍ਰਾਪਤ ਹੋਵੇਗਾ, ਉਹ ਕਰਮਾਂ ਦੇ ਵਿੱਚ ਜਾਣਿਆ ਜਾਵੇਗਾ। ਪਰ ਜਿਹੜਾ ਫਲ ਹੈ ਨਾ, ਜਿਹੜਾ ਲੋਕ ਪਰਲੋਕ ਸਵਾਰ ਦੇਣਾ, ਉਹ ਸਿੰਘ ਦੀ ਜੇ ਸੇਵਾ ਕੀਤੀ ਜਾਵੇ ਮਨ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਸਤਨਾਮ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਉਸ ਦੀ ਆਰਾਧਨਾ ਕਰੇ। ਸੋ ਨਾਮ ਦੇ ਵਿੱਚ ਬਿਰਤੀ ਟਿਕਾਵੇ, ਬਸੇ ਬਿਤਾਏ, ਰਾਤ ਦਿਨ ਨਾਮ ਦੇ ਵਿੱਚ ਹੀ ਸਾਸ ਗਰਾਸ ਜਿਹੜਾ ਦਿਨ ਹੈ ਬਤੀਤ ਕਰੇ। ਨਾਮ ਜਪਦਿਆਂ ਹੋਰ ਵਿਅਰਥ ਝੱਖਾ ਨਾ ਮਾਰਦਾ ਫਿਰੇ। ਹਰ ਨਾਰੇ ਤਨ ਛੋੜ ਕੇ ਨਿਸ਼ਚਾ ਗੁਰਪਦ ਸ਼ਰਨ। ਗੁਰੂ ਕੇ ਸਿੱਖ ਨੇ ਕੀ ਕਰਨਾ ਹੈ? ਕਹਿੰਦੇ ਪਰਾਏ ਦਾ ਧਨ ਹੈ, ਪਰਾਏ ਦੇ ਧਨ ਮਾਇਆ ਤੇ ਨਹੀਂ ਅੱਖ ਰੱਖਣੀ, ਪਰਾਏ ਦੀ ਜਾਇਦਾਦ ਤੇ ਨਹੀਂ ਅੱਖ ਰੱਖਣੀ। ਗੁਰੂ ਕੇ ਸਿੰਘ ਨੇ ਇਸੇ ਤਰ੍ਹਾਂ ਪਰਾਏ ਦੀ ਜਿਹੜੀ ਇਸਤਰੀ ਹੈ ਉਸ ਤੇ ਵੀ ਅੱਖ ਨਹੀਂ ਰੱਖਣੀ। ਜੇ ਤਾਂ ਛੋਟੀ ਹੈ ਉਸ ਨੂੰ ਬੱਚੀ ਕਰਕੇ ਜਾਣਨਾ ਹੈ, ਜੇ ਬਰਾਬਰ ਦੀ ਉਸ ਨੂੰ ਭੈਣ ਜਾਣਨਾ ਹੈ। ਇਹ ਸਿੰਘ ਦਾ ਨਿਯਮ ਹੈ। ਸੋ ਜੇ ਆਪਣੇ ਤੋਂ ਵੱਡੀ ਹੈ ਫਿਰ ਮਾਂ ਕਰਕੇ ਜਾਣਨਾ ਹੈ। ਸੋ ਇਸ ਤਰ੍ਹਾਂ ਇਹ ਸਿੱਖ ਨੂੰ ਸਤਿਗੁਰੂ ਸਾਹਿਬ ਨੇ ਹਦਾਇਤਾਂ ਦਿੱਤੀਆਂ ਨੇ ਕਿ ਇਹ ਸਿੱਖਾ ਪਰਦਾ ਜਿਹੜਾ ਧਨ ਪਰਾਇਆ ਧਨ ਤੇ ਪਰਾਈ ਜਿਹੜੀ ਇਸਤਰੀ ਹੈ ਉਹਦੇ ਕਦੇ ਵੀ ਕੋਲ ਨਹੀਂ ਜਾਣਾ। ਸੋ ਉਧਰ ਜੇ ਬਿਰਤੀ ਜਾਂਦੀ ਹੈ ਨਾ ਫਿਰ ਉਹ ਰਾਹ ਹੀ ਛੱਡ ਦੇਣਾ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਨਿਸ਼ਚਾ ਗੁਰਪਦ ਸ਼ਰਨ, ਗੁਰੂ ਦੀ ਜਿਹੜੇ ਚਰਨ ਸ਼ਰਨ ਹੈ ਨਾ ਉਹ ਤੇ ਅਡੋਲ ਨਿਸ਼ਚਾ ਰੱਖਣਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਡੋਲ ਭਰੋਸਾ ਰੱਖਣਾ ਹੈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਤਿਗੁਰ ਕੀ ਪੜੈ ਕਾਟੈ ਜਨਮਾ ਮਰਨ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਹੈ ਉਸ ਦਾ ਅਭਿਆਸ ਕਰੇ, ਸਹਿਜ ਪਾਠ ਕਰੇ, ਨਿਤਨੇਮ ਕਰੇ, ਨਿਤਨੇਮ ਦਾ ਅਭਿਆਸ ਕਰੇ, ਮੂਲ ਮੰਤਰ ਦਾ ਅਭਿਆਸ ਕਰੇ, ਗੁਰ ਮੰਤਰ ਦਾ ਅਭਿਆਸ ਕਰੇ। ਜੇ ਕੋਈ ਚੌਪਈ ਸਾਹਿਬ ਜੀ ਦਾ ਪਾਠ ਕਰਦਾ ਉਹਦਾ ਅਭਿਆਸ ਕਰੇ, ਜੇ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਉਹਦਾ ਅਭਿਆਸ ਕਰੇ। ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਦਾ ਅਭਿਆਸ ਕਰੇ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਅਭਿਆਸ ਕਰੇ। ਸ੍ਰੀ ਸਰਵਲੋਕ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਅਭਿਆਸ ਕਰੇ। ਇਹ ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਹਦਾਇਤਾਂ ਹਨ ਕਿ ਸਿੱਖਾ ਜਿੰਨੀ ਵੀ ਗੁਰਬਾਣੀ ਸਾਡੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ ਨਾ, ਸੰਪੂਰਨ ਗੁਰਬਾਣੀ ਦਾ ਤੂੰ ਅਭਿਆਸ ਕਰਨਾ, ਜਿਸ ਕਰਕੇ ਤੇਰਾ ਜਿਹੜਾ ਜਨਮ ਮਰਨ ਹੈ ਨਾ ਉਹ ਕੱਟਿਆ ਜਾਵੇਗਾ, ਮੁਕਤੀ ਪ੍ਰਾਪਤ ਕਰ ਲਵੇਂਗਾ। ਮਰ ਕਰਕੇ ਫਿਰ ਜੰਮੇਗਾ ਨਹੀਂ, ਮਾਂ ਦਾ ਜਿਹੜਾ ਗਰਭ ਹੈ ਉਹਨੂੰ ਪ੍ਰਾਪਤ ਨਹੀਂ ਕਰੇਗਾ, ਪੁੱਠਾ ਨਹੀਂ ਤੈਨੂੰ ਲਮਕਣਾ ਪਵੇਗਾ, ਤੇਰੀ ਨਿਵਰਤੀ ਹੋ ਜਾਵੇਗੀ। ਚੌਪਈ ਪੱਦਨ ਨਾਮ ਸਿੱਖ ਨਹਿ ਕਰੈ। ਸੋ ਗੁਰੂ ਕੇ ਪਿਆਰਿਓ ਸਤਿਗੁਰੂ ਸਾਹਿਬ ਜੀ ਕਹਿੰਦੇ ਕਦੇ ਵੀ ਸਿੱਖ ਨੇ ਕਿਸੇ ਦਾ ਅੱਧਾ ਨਾਂ ਨਹੀਂ ਲੈਣਾ, ਉਹਦਾ ਨਾਂ ਨਹੀਂ ਵਿਗਾੜਨਾ, ਪੂਰਾ ਨਾਮ ਲੈ ਕੇ ਬੁਲਾਉਣਾ ਹੈ, ਸਿੰਘ ਕਰਕੇ ਪੂਰਾ ਅੱਖਰ ਲਾਉਣਾ ਹੈ ਪਿੱਛੇ। ਵੇ ਬੰਧ ਨਹਿ ਰੋਦਨ ਧਰੈ। ਕਿਉਂਕਿ ਜੇ ਕੋਈ ਮਰ ਗਿਆ, ਮਰਗ ਹੋ ਗਈ, ਉੱਥੇ ਪਿੱਟ ਸਿਆਪੇ ਨਹੀਂ ਕਰਨੇ, ਉੱਥੇ ਪਿੱਟਣ ਨਹੀਂ ਲੱਗ ਜਾਣਾ, ਰੋਣਾ ਨਹੀਂ ਸਿੰਘ ਨੇ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਮਾਈਆਂ ਬਹੁਤ ਜ਼ਿਆਦੀਆਂ ਰੋਂਦੀਆਂ ਜੇ ਕਿਤੇ ਕੋਈ ਮਰਗ ਹੋ ਜਾਵੇ, ਕਿਉਂਕਿ ਵਿਚਾਰੀਆਂ ਪਹਿਲਾਂ ਬੜੀਆਂ ਦੁਖੀ ਹੁੰਦੀਆਂ, ਉੱਥੇ ਆਪਣਾ ਦੁੱਖ ਸਾਰਾ ਕੱਢ ਲੈਂਦੀਆਂ ਹਨ। ਪਰ ਇਸ ਕਰਕੇ ਗੁਰੂ ਕੇ ਪਿਆਰਿਓ ਕਦੇ ਕਿਸੇ ਨੇ ਰੋਣਾ ਨਹੀਂ ਹੈ, ਪਿੱਟ ਸਿਆਪਾ ਨਹੀਂ ਕਰਨਾ ਕਿਤੇ ਜਾ ਕਰਕੇ। ਜੇ ਕਿਤੇ ਮਰਗ ਹੋ ਗਈ ਹੈ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ। ਸੋ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ, ਉਹ ਜਿਹੜੀ ਰੂਹ ਵਿਛੜ ਗਈ ਹੈ ਇਸ ਨੂੰ ਆਪਣੇ ਚਰਨਾਂ ਦੇ ਵਿੱਚ ਜੋੜੋ। ਇਸ ਕਰਕੇ ਪਿੱਟ ਸਿਆਪੇ ਤੋਂ ਸਤਿਗੁਰੂ ਸਾਹਿਬ ਜੀ ਨੇ ਵਰਜਿਤ ਕੀਤਾ ਆਪਣੇ ਸਿੱਖਾਂ ਨੂੰ। ਬੁਰੇ ਕਰਮ ਤੇ ਆਪ ਬਚਾਏ। ਜਿਹੜੇ ਕੋ ਕਰਮ ਹਨ ਨਾ ਖੋਟੇ ਕਰਮ ਆ ਉਹਨਾਂ ਤੋਂ ਆਪਣੇ ਆਪ ਤੋਂ ਪੈਰ ਪੈਰ ਤੇ ਬਚਾਉਂਦਾ ਰਵੇ, ਸਤਿਗੁਰੂ ਸਾਹਿਬ ਜੀ ਦੇ ਪਾਸ ਅਰਦਾਸਾਂ ਕਰਦਾ ਰਵੇ।
ਕੁਟੰਬ ਸ਼ੁਭ ਮਾਰਗ ਪਾਏ ਆਪਣੇ ਸਾਰੇ ਪਰਿਵਾਰ ਨੂੰ ਸ੍ਰੇਸ਼ਟ ਰਸਤੇ ਵੱਲ ਨੂੰ ਤੋਰੇ, ਅੰਮ੍ਰਿਤ ਛਕਾਵੇ, ਗੁਰੂ ਕੇ ਸਿੱਖੀ ਪ੍ਰਾਪਤ ਕਰਾਵੇ, ਸਾਰਿਆਂ ਨੂੰ ਸਿੱਖ ਸਜਾ ਦੇਵੇ, ਸਿੰਘ ਸਜਾ ਦੇਵੇ, ਸਿੰਘਣੀਆਂ ਸਜਾ ਦੇਵੇ, ਗੁਰਬਾਣੀ ਦੇ ਨਾਲ ਜੋੜ ਦੇਵੇ, ਇਹੋ ਜਿਹੇ ਸ਼ੁਭ ਕਰਮ ਕਰੇ। ਫਲ ਨਾ ਵੇਚੀਏ ਅੰਨ ਵਪਾਰ ਸੋ ਗੁਰੂ ਕੇ ਪਿਆਰਿਓ, ਜਿਹੜੇ ਜਿਸੇ ਤਰ੍ਹਾਂ ਜਿਹੜੇ ਵਪਾਰ ਕਰਦੇ ਨੇ, ਅੰਨ ਨਹੀਂ ਵੇਚਣਾ ਚਾਹੀਦਾ, ਫਲ ਨਹੀਂ ਵੇਚਣੇ ਚਾਹੀਦੇ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜੇ ਘਰ ਦੇ ਵਿੱਚ ਫਲ ਲਾਏ ਹਨ, ਸੋ ਆਪਣੇ ਖਾਣ ਵਾਸਤੇ ਲਾਏ ਹਨ, ਇਹ ਨਹੀਂ ਕਿ ਆਪਣੇ ਬੱਚਿਆਂ ਦਾ ਮੂੰਹ ਬੰਨ ਕਰਕੇ ਉਹਨੂੰ ਵੇਚ ਦੇਣਾ ਹੈ, ਨਹੀਂ, ਫਿਰ ਉਹ ਵਰਤਾ ਦੇਣੇ ਚਾਹੀਦੇ ਹਨ। ਸਾਧ ਸੰਗਤ ਜੀ, ਆ ਇਸ ਤਰ੍ਹਾਂ ਕਈ ਘਰਾਂ ਦੇ ਵਿੱਚ ਹੁੰਦਾ ਹੈ, ਘਰ ਦੇ ਵਿੱਚ ਬੂਟੇ ਲਾਏ ਹੁੰਦੇ ਫਲਾਂ ਦੇ ਜਾਂ ਸਬਜ਼ੀਆਂ ਹੁੰਦੀਆਂ, ਫਿਰ ਉਹਨੂੰ ਵੇਚ ਦਿੰਦੇ। ਇਸ ਤਰ੍ਹਾਂ ਨਹੀਂ ਕਰਨਾ, ਇਹ ਵੰਡ ਦੇਣਾ ਚਾਹੀਦਾ ਹੈ, ਸੇਵਾ ਕਰ ਦੇਣੀ ਚਾਹੀਦੀ ਹੈ, ਸੋ ਛਕਾ ਦੇਣੇ ਚਾਹੀਦੇ ਹਨ। ਸੋ ਇਸ ਕਰਕੇ ਫਲਾਂ ਦਾ ਤੇ ਅੰਨ ਦਾ ਵਪਾਰ ਨਹੀਂ ਕਰਨਾ ਚਾਹੀਦਾ, ਇਹ ਬਹੁਤ ਮਾੜਾ ਹੈ। ਲਾਲਚ ਵਸ ਹੋ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਬਿਰਤੀ ਜਿਹੜੀ ਘੁੰਮ ਜਾਂਦੀ ਹੈ, ਵਿਕਾਰਾਂ ਵਿੱਚ ਫਸ ਜਾਂਦੀ ਹੈ। ਤ੍ਰਿਨ ਕਾਸ਼ਟ ਅਰ ਚਾਮ ਨਿਵਾਰ ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਹੀ ਕਹਿੰਦੇ ਤ੍ਰਿਣ ਕਾਸ਼ਟ ਅਰ ਚਾਮ ਨਿਵਾਰ, ਨਾ ਤਾਂ ਲੱਕੜ ਦਾ ਵਪਾਰ ਕਰਨਾ ਚਾਹੀਦਾ, ਲੱਕੜ ਨਹੀਂ ਵੇਚਣੀ, ਨਾ ਹੀ ਇਸੇ ਤਰ੍ਹਾਂ ਚਮੜੇ ਦਾ ਸਿੱਖ ਨੇ ਵਪਾਰ ਕਰਨਾ। ਸਿੰਘ ਨੂੰ ਚਮੜੇ ਦੀ ਵਪਾਰ ਕਰਨ ਤੋਂ ਹਦਾਇਤ ਦਿੱਤੀ, ਰੋਕਿਆ ਕਿ ਚਮੜੇ ਦਾ ਵਪਾਰ ਨਹੀਂ ਕਰਨਾ। ਕਰਜ ਨ ਦੇਈ ਨੀਚ ਚੰਡਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਨੀਚ ਹਨ, ਜਿਹੜੇ ਚੰਡਾਲ ਬਿਰਤੀ ਹੈ, ਵਿਛਈ ਹਨ, ਵਿਕਾਰੀ ਹਨ, ਉਹਨਾਂ ਨੂੰ ਕਦੇ ਵੀ ਕਰਜ਼ ਨਹੀਂ ਦੇਣਾ ਚਾਹੀਦਾ, ਮਾਇਆ ਉਧਾਰੀ ਨਹੀਂ ਦੇਣੀ ਚਾਹੀਦੀ। ਵੇਸ਼ਵਾ ਨਾਰੀ ਰਿਨ ਨਹਿ ਸਾਲ ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਜਿਹੜੀ ਇਸਤਰੀ ਹੈ ਨਾ, ਵੇਸ਼ਵਾ, ਉਸ ਨੂੰ ਕਦੇ ਨਹੀਂ ਕਰਜ਼ ਦੇਣਾ ਚਾਹੀਦਾ, ਉਸ ਨਾਰੀ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ, ਵੇਸ਼ਵਾ ਤੋਂ ਸਦਾ ਹੀ ਆਪਣੇ ਆਪ ਨੂੰ ਬਚਾ ਕਰਕੇ ਰੱਖਣਾ ਹੈ। ਸੋ ਜਿਹੜੇ ਵਿਸ਼ਈ ਪੁਰਸ਼ ਹਨ, ਉਹਨਾਂ ਨੂੰ ਕਦੀ ਮਾਇਆ ਉਧਾਰੇ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਫਿਰ ਨਸ਼ਾ ਹੀ ਕਰਨਗੇ, ਵਿਕਾਰ ਹੀ ਭੋਗਣਗੇ, ਸਾਨੂੰ ਹੀ ਪਾਪ ਲੱਗੇਗਾ। ਫਿਰ ਕਾਹੂ ਸਿਓ ਝਗਰਾ ਨਹਿ ਮਾਂਡੋ ਸਤਿਗੁਰੂ ਸਾਹਿਬ ਜੀ ਕਹਿੰਦੇ ਮੂਰਖੇ ਨਾਲ ਨਾ ਲੁੱਝੀਐ, ਪਰ ਅੱਖਰ ਇਹੋ ਬੁੱਝੀਐ। ਸੋ ਕਦੇ ਵੀ ਮੂਰਖ ਦੇ ਨਾਲ ਲੁੱਝਣਾ ਨਹੀਂ ਚਾਹੀਦਾ, ਝਗੜਾ ਨਹੀਂ ਕਰਨਾ, ਕਪੱਤ ਨਹੀਂ ਕਰਨਾ ਚਾਹੀਦਾ, ਸਦਾ ਹੀ ਬਚ ਕੇ ਰਹਿਣਾ ਚਾਹੀਦਾ। ਜੇ ਕੋਈ ਮੂਰਖ ਜ਼ਿਆਦਾ ਲੁੱਝੇ, ਫਿਰ ਉਹਦੇ ਅੱਗੇ ਦੋ ਹੱਥ ਜੋੜ ਕਰਕੇ ਖਹਿੜਾ ਛੁਡਾ ਲੈਣਾ ਚਾਹੀਦਾ ਹੈ। ਜਿੱਥੇ ਬੋਲਣ ਹਾਰੀ ਹੈ, ਤਿੱਥੇ ਚੰਗੀ ਚੁੱਪ। ਰਹਿਤ ਆਪਣੀ ਮੂਲ ਨ ਛਾਡੋ ਸੋ ਗੁਰੂ ਕੇ ਪਿਆਰੇ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸਦਾ ਆਪਣੀ ਰਹਿਣੀ ਬਹਿਣੀ ਦੇ ਵਿੱਚ ਤਿਆਰ ਬਰ ਤਿਆਰ ਰਵੇ, ਆਪਣੀ ਰਹਿਣੀ ਨੂੰ ਨਾ ਛੱਡੇ ਕਿਤੇ ਵਿਕਾਰੀਆਂ ਦੇ ਕੋਲ ਬਹਿ ਕਰਕੇ ਉਹਨਾਂ ਦੀ ਬਿਰਤੀ ਨਾਲ ਧਾਰਨ ਕਰ ਲਵੇ। ਜੇ ਉਹ ਮਖੌਲ ਕਰਦੇ ਹਨ, ਵਿਕਾਰ ਭੋਗਦੇ ਹਨ, ਸੋ ਵਿਕਾਰੀਆਂ ਵਾਲੀ ਬਿਰਤੀ ਧਾਰਨ ਕੀਤੀ, ਉਹਨਾਂ ਦੇ ਵਿੱਚ ਰਹਿ ਕਰਕੇ ਆਪਣੇ ਸ਼ੁਭ ਗੁਣਾਂ ਨੂੰ ਨਾ ਤਿਆਗੇ, ਉਹਨਾਂ ਨੂੰ ਵੀ ਆਪਣੇ ਵਰਗੇ ਬਣਾ ਲਵੇ। ਦੁਰਜਨ ਸੇਤੀ ਪ੍ਰੀਤ ਨਾ ਕਰੋ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਦੁਰਜਨ ਵੈਰੀ ਹਨ, ਉਹਨਾਂ ਨਾਲ ਕਦੇ ਵੀ ਪ੍ਰੀਤੀ ਨਾ ਕਰੋ, ਕੀ ਪਤਾ ਕਦੋਂ ਉਹ ਡੰਗ ਮਾਰ ਦੇਣ, ਪਿੱਠ ਪਿੱਛੇ ਵਾਰ ਕਰ ਦੇਣ। ਹਿਰਦੇ ਰੋਸ ਕਾਮ ਪਰ ਹਰੋ ਸੋ ਇਸੇ ਤਰ੍ਹਾਂ ਹੀ ਹਿਰਦੇ ਦੇ ਵਿੱਚ ਰੋਸ, ਕਹਿੰਦੇ ਹਿਰਦੇ ਦੇ ਵਿੱਚ ਰੋਸ ਕਰਕੇ ਨਾ, ਗੁੱਸਾ ਕਰਕੇ ਵਿਕਾਰਾਂ ਨੂੰ ਹਿਰਦੇ ਤੋਂ ਦੂਰ ਕਰੋ। ਪੰਜਾਂ ਵਿਕਾਰਾਂ ਦੇ ਨਾਲ ਰੋਸ ਕਰੋ, ਜੇ ਰੋਸ ਕਰਨਾ ਵਿਕਾਰਾਂ ਦੇ ਨਾਲ ਰੋਸ ਕਰੋ, ਕਿਸੇ ਦੇ ਨਾਲ ਝਗੜਾ ਨਾ ਕਰੋ, ਉਹ ਝਗੜੇ ਵੱਲੋਂ ਬਿਰਤੀ ਰੋਕੋ। ਅੰਦਰ ਜਿਹੜੇ ਪੰਚ ਦੂਤ, ਇਸ ਦੇਹੀ ਮੈਂ ਪੰਚ ਦੂਤ ਵਸੈ, ਸੋ ਇਸ ਦੇਹੀ ਮਹਿ ਪੰਜ ਚੋਰ ਬਸੇ, ਜਿਹੜੇ ਪੰਜ ਚੋਰ ਹਨ ਵਸਦੇ ਹਨ, ਸੋ ਉਹਨਾਂ ਦੇ ਨਾਲ ਝਗੜਾ ਕਰੇ। ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸੇ ਲਿਆਵੇ। ਸੋ ਇਹਨਾਂ ਦੇ ਨਾਲ ਕਦੇ ਵੀ ਮੋਹ ਨਹੀਂ ਪਾਉਣਾ ਚਾਹੀਦਾ ਹੈ। ਸੋ ਇਹਨਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਜੇ ਝਗੜਾ ਕਰਨਾ, ਇਹਨਾਂ ਪੰਜਾਂ ਵਿਕਾਰਾਂ ਦੇ ਨਾਲ ਕਰਨਾ ਚਾਹੀਦਾ ਗੁਰਸਿੱਖ ਨੂੰ। ਚਹੁ ਮਾਰਗ ਮੈਂ ਹੈ ਬੈਠੇ ਨਾਹੇ ਗੁਰੂ ਕੇ ਪਿਆਰੇ, ਕਦੀ ਚਰਸਤੇ ਦੇ ਵਿੱਚ ਨਹੀਂ ਕਿਸੇ ਸਿੱਖ ਨੂੰ ਬੈਠਣਾ ਚਾਹੀਦਾ। ਜਿਹੜਾ ਚਰਸਤਾ ਹੁੰਦਾ ਹੈ ਨਾ, ਚਾਰ ਰਾਹ ਹੁੰਦੇ, ਉਹਦੇ ਵਿੱਚ ਕਦੇ ਨਹੀਂ ਬੈਠਣਾ ਚਾਹੀਦਾ। ਕੀ ਪਤਾ ਕਿਹੜੀ ਗੱਡੀ ਆ ਜਾਵੇ, ਟਰੱਕ ਕਾਰ ਆ ਜਾਵੇ, ਡਾ ਦੇਵੇ। ਇਸ ਕਰਕੇ ਸਾਈਡ ਤੇ ਹੋ ਕਰਕੇ ਬੈਠ ਜਾਣਾ ਚਾਹੀਦਾ, ਸੇਫ ਜਗ੍ਹਾ ਦੇ ਕਰਕੇ। ਚਰਸਤੇ ਦੇ ਵਿੱਚ ਕਦੇ ਵੀ ਬੈਠਣਾ ਨਹੀਂ ਚਾਹੀਦਾ। ਟੂਟਾ ਬਾਸਨ ਮੰਜੀ ਲਾਹੇ ਗੁਰਸਿੱਖ ਨੇ ਕਦੇ ਵੀ ਟੁੱਟਾ ਭਾਂਡਾ ਨਹੀਂ ਵਰਤਣਾ, ਟੁੱਟੀ ਮੰਜੀ ਦੀ ਵਰਤੋਂ ਨਹੀਂ ਕਰਨੀ। ਇਸ ਤਰ੍ਹਾਂ ਟੁੱਟਾ ਜਿਹੜਾ ਆਸਣ ਹੈ ਉਸ ਦੀ ਵਰਤੋਂ ਨਹੀਂ ਕਰਨੀ, ਨਾ ਜਿਹੜਾ ਟੁੱਟਾ ਭਾਂਡਾ ਹੈ ਉਸ ਘਰ ਦੇ ਵਿੱਚ ਰੱਖਣਾ, ਉਹ ਕੱਢ ਦੇਣਾ ਚਾਹੀਦਾ। ਦਲਿੱਦਰ ਦਾ ਘਰ ਹੁੰਦਾ ਹੈ। ਉਰਧ ਸਵਾਸ ਧੋਏ ਆਧਾ ਪਾਏ ਸੋ ਗੁਰੂ ਕੇ ਪਿਆਰਿਓ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਉਰਧ ਸਵਾਸ ਧੋਏ ਆਧਾ ਪਾਏ। ਸੋ ਅੱਧਾ ਸਵਾਸ ਉਰਧ ਸਵਾਸ। ਸੋ ਰਾਤ ਸੌਣ ਲੱਗਿਆ ਕਹਿੰਦੇ ਇਸੇ ਤਰ੍ਹਾਂ ਹੀ ਘਰ ਵਰਦਿਆਂ ਜਾਂ ਸੌਣ ਲੱਗਿਆ ਅੱਧੇ ਪੈਰ ਨਹੀਂ ਪਾਉਣੇ, ਅੱਧੇ ਜਿਹੜੇ ਪੈਰ ਨਹੀਂ ਪਾਉਣੇ, ਅੱਧਾ ਸਾਹ ਨਹੀਂ ਲੈਣਾ ਚਾਹੀਦਾ। ਗੁਰਸਿੱਖ ਨੂੰ ਪੂਰਾ ਸਵਾਸ ਲੈਣਾ ਚਾਹੀਦਾ ਹੈ, ਜਿਹਨਾਂ ਸਰੀਰ ਵੀ ਸਹੀ ਰਹਿੰਦਾ ਹੈ।
ਕਈ ਤਾਂ ਸਾਹ ਰੋਕ ਲੈਂਦੇ ਹਨ ਪਰ ਨਹੀਂ ਸਾਧ ਸੰਗਤ ਜੀ। ਸੋ ਨਾ ਹੀ ਕਹਿੰਦੇ ਘਰ ਦੇ ਵਿੱਚ ਅੱਧਾ ਪੈਰ ਪਾਉਣਾ ਚਾਹੀਦਾ, ਨਾ ਗੁਰੂ ਘਰ ਦੇ ਵਿੱਚ ਜਾਣ ਲੱਗਿਆ ਅੱਧਾ ਪੈਰ ਪਾਉਣਾ ਚਾਹੀਦਾ। ਭਾਵ ਕਿ ਮਨ ਕਰਕੇ ਪੂਰਨ ਜਾਣਾ ਚਾਹੀਦਾ। ਜੇ ਗੁਰੂ ਘਰ ਦੇ ਵਿੱਚ ਜਾਣਾ ਹੈ ਤੇ ਮਨ ਨੂੰ ਇਹ ਤਿਆਰ ਬਰ ਤਿਆਰ ਰੱਖਣਾ ਚਾਹੀਦਾ ਹੈ। ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਜਾਣਾ ਇਹ ਸੋਚਣਾ ਕਿ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ। ਜੇ ਕਿਸੇ ਦੇ ਯਾਰ ਮਿੱਤਰ ਦੋਸਤ ਦੇ ਘਰ ਵਿੱਚ ਜਾਣਾ ਹੈ, ਕਿ ਰਿਸ਼ਤੇਦਾਰ ਦੇ ਘਰ ਦੇ ਵਿੱਚ ਜਾਣਾ, ਸਾਖ ਸੰਬੰਧੀ ਦੇ ਘਰ ਦੇ ਵਿੱਚ ਜਾਣਾ ਹੈ, ਸੋ ਅਰਧ ਮਨ ਕਰਕੇ ਨਹੀਂ ਜਾਣਾ ਚਾਹੀਦਾ, ਮਨ ਪੂਰਾ ਲੈ ਕਰਕੇ ਜਾਣਾ ਚਾਹੀਦਾ ਹੈ। ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਹੋਏ ਪਾਰ ਨਾਰੀ ਧੀ ਭੈਣ ਵਖਾਣੇ। ਇਸ ਤਰ੍ਹਾਂ ਦੀ ਬਿਰਤੀ ਰੱਖਣੀ ਚਾਹੀਦੀ ਹੈ। ਤਨ ਸੋ ਨਖ ਦੇਤ ਰਤਾਏ। ਸੋ ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੰਘ ਨੂੰ ਕਦੇ ਵੀ ਆਪਣੇ ਜਿਹੜੇ ਨਹੁੰ ਹਨ ਦੰਦਾਂ ਦੇ ਨਾਲ ਨਹੀਂ ਟੁਕਣੇ ਚਾਹੀਦੇ, ਦੰਦਾਂ ਦੇ ਨਾਲ ਨਹੁੰ ਨਹੀਂ ਕੱਟਣੇ ਚਾਹੀਦੇ। ਇਹ ਵੀ ਜਿਹੜੇ ਨਹੁੰਾਂ ਦੇ ਵਿੱਚ ਮੈਲ ਹੁੰਦੀ ਅੰਦਰ ਜਾਂਦੀ ਹੈ, ਬਿਮਾਰੀ ਪੈਦਾ ਕਰਦੀ ਹੈ, ਦਲਿੱਦਰ ਪੈਦਾ ਕਰਦੀ ਹੈ। ਸੋ ਇਸ ਤੋਂ ਵੀ ਗੁਰੇਜ਼ ਕਰਨਾ ਚਾਹੀਦਾ, ਬਚਣਾ ਚਾਹੀਦਾ। ਗੁਰਸਿੱਖ ਨੇ ਕਦੇ ਵੀ ਦੰਦਾਂ ਦੇ ਨਾਲ ਨਹੁੰ ਨਹੀਂ ਕੱਟਣੇ। ਆਵਤ ਬੇਰ ਹਸੈ ਬਕਬਾਦ। ਸੋ ਗੁਰੂ ਕੇ ਪਿਆਰਿਓ, ਲੰਗਰ ਦੇ ਵਿੱਚ ਗੱਫਾ ਪਾਣੀ ਛਕਦਿਆਂ, ਪ੍ਰਸ਼ਾਦਾ ਛਕਦਿਆਂ, ਭੋਜਨ ਛਕਦਿਆਂ ਕਦੇ ਵੀ ਇਸ ਤਰ੍ਹਾਂ ਐਵੇਂ ਬਕਵਾਦ ਨਹੀਂ ਕਰਨਾ ਚਾਹੀਦਾ। ਸੋ ਆਮ ਤੌਰ ਤੇ ਸੋ ਕਹਿ ਦਿੰਦੇ ਬਕਵਾਸ ਨਹੀਂ ਕਰਨਾ ਚਾਹੀਦਾ, ਵਾਧੂ ਨਹੀਂ ਬੋਲਣਾ ਚਾਹੀਦਾ। ਸੋ ਗੁਰੂ ਕੇ ਪਿਆਰਿਓ, ਝੱਖਾਂ ਨਹੀਂ ਮਾਰਨੀਆਂ ਚਾਹੀਦੀਆਂ ਲੰਗਰ ਪ੍ਰਸ਼ਾਦਾ ਛਕਦਿਆਂ। ਉੱਥੇ ਸਾਧ ਸੰਗਤ ਜੀ ਅੱਜ ਵੀ ਕੋਈ ਗੁਰਮੁਖ ਮਹਾਂਪੁਰਖਾਂ ਦੀ ਸੰਗਤ ਕੀਤੀ ਜਾਵੇ ਨਾ, ਜੇ ਉਹ ਪ੍ਰਸ਼ਾਦਾ ਛਕਦੇ ਹਨ ਨਾਲ ਨਾਲ ਗੁਰਬਾਣੀ ਪੜ੍ਹਨ ਲੱਗ ਜਾਂਦੇ ਨੇ। ਸੋ ਕਈ ਤਾਂ ਗੁਰਸਿੱਖ ਇਦਾਂ ਦੇ ਹਨ, ਕਿਉਂਕਿ ਜਿਹੜੀ ਟਕਸਾਲ ਦੀ ਮਰਿਆਦਾ ਹੈ ਕਿ ਜਦੋਂ ਪ੍ਰਸ਼ਾਦਾ ਛਕਿਆ ਨਾ, ਜਾਂ ਰਾਤ ਨੂੰ ਜਾਂ ਦਿਨ ਨੂੰ ਕਦੇ ਵੀ ਪ੍ਰਸ਼ਾਦਾ ਛਕੀਏ ਤਾਂ ਇੱਕ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਸੋ ਕਈ ਐਸੇ ਗੁਰਸਿੱਖ ਹੁੰਦੇ ਹਨ ਜਿਹੜੇ ਪ੍ਰਸ਼ਾਦਾ ਛਕਦੇ ਕਈ ਜਪਜੀ ਸਾਹਿਬ ਦੇ ਪਾਠ ਕਰ ਜਾਂਦੇ ਨੇ। ਸੋ ਇਸ ਕਰਕੇ ਲੰਗਰ ਦੇ ਵਿੱਚ ਬੈਠਿਆਂ, ਘਰ ਦੇ ਵਿੱਚ ਪ੍ਰਸ਼ਾਦਾ ਛਕਦਿਆਂ, ਜਾਂ ਕਿਤੇ ਰਿਸ਼ਤੇਦਾਰ ਘਰ ਦੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਗੱਫਾ ਪਾਣੀ ਛਕਦਿਆਂ ਮੁਖ ਤੋਂ ਵਿਅਰਥ ਫਾਲਤੂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਨਾਮ ਜਪਣਾ ਚਾਹੀਦਾ ਹੈ। ਜੇ ਭੋਜਨ ਪੀਛੇ ਪੇਟ ਜੋ ਥਾਪ। ਸੋ ਗੁਰੂ ਕੇ ਪਿਆਰਿਓ, ਜਿਹੜੇ ਭੋਜਨ ਪ੍ਰਸ਼ਾਦੇ ਪਿੱਛੇ ਜਿਹੜੇ ਢਿੱਡ ਪਿੱਟਦੇ ਹਨ, ਸੋ ਉਹ ਵੀ ਨਹੀਂ ਪਿੱਟਣੇ ਚਾਹੀਦੇ। ਕਾ ਆਪਣੇ ਪੇਟ ਨੂੰ ਪਿੱਟਣ ਲਾ ਜਾਂਦੇ ਕਿ ਮੈਨੂੰ ਬੜੀ ਭੁੱਖ ਲੱਗੀ ਹੈ, ਮਰ ਗਿਆ, ਮੇਰੇ ਢਿੱਡ 'ਚ ਚੂਹੇ ਨੱਚ ਰਹੇ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਗੁਰਸਿੱਖ ਨੂੰ ਬੜਾ ਟਿਕਾ ਕਰਕੇ ਬਿਰਤੀ ਰੱਖਣੀ ਚਾਹੀਦੀ, ਸਹਿਜ ਰੱਖਣਾ ਚਾਹੀਦਾ ਹੈ, ਇੰਤਜ਼ਾਰ ਕਰਨਾ ਚਾਹੀਦਾ ਭੋਜਨ ਤਿਆਰ ਹੋਣ ਦੇ ਦਾ। ਹੋਵੇ ਹਸੈ ਨ ਕਬ ਗੁਰ ਆਗੈ। ਸੋ ਕਦੀ ਵੀ ਸਾਧ ਸੰਗਤ ਜੀ ਸੰਗਤ ਦੇ ਵਿੱਚ ਆ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਕਦੀ ਐਵੇਂ ਗਲੇਡੂ ਜੇ ਨਾ ਸੁੱਟਣ ਲੱਗ ਜਾਵੇ, ਐਵੇਂ ਵਿਰਾਗ ਨਾ ਕਰਨ ਲੱਗ ਜਾਵੇ, ਮਹਾਰਾਜ ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੇ ਨਾਲ ਇਹ ਹੋ ਗਿਆ। ਇਸ ਤਰ੍ਹਾਂ ਨਾ ਕਰੇ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਿਰਤੀ ਟਿਕਾ ਕਰਕੇ ਰੱਖੇ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਪਾ ਜਾ ਕੇ ਨਾ ਰੋਵੇ ਹਸੇ ਨਾ ਕਬ ਹੂੰ ਗੁਰ ਆਗੈ। ਨਾ ਤਾਂ ਸੰਗਤ ਦੇ ਵਿੱਚ ਜਾ ਕਰਕੇ ਫਾਲਤੂ ਖਿੜਖੜਾ ਕਰਕੇ ਇਹ ਕਿਲਕਾਰੀਆਂ ਮਾਰ ਕਰਕੇ ਹੱਸੇ ਨਾ, ਇਹ ਵੀ ਮਾੜੀ ਗੱਲ ਹੈ। ਸੰਗਤ ਦੇ ਵਿੱਚ ਜਾ ਕਰਕੇ ਹੱਸਣਾ ਨਹੀਂ ਚਾਹੀਦਾ, ਸੰਗਤ ਦੇ ਵਿੱਚ ਵਿਰਾਗ ਧਾਰ ਕਰਕੇ ਰੱਖਣਾ ਚਾਹੀਦਾ ਹੈ। ਸੋ ਬਿਰਤੀ ਟਿਕਾ ਕਰਕੇ ਰੱਖਣੀ ਚਾਹੀਦੀ ਹੈ। ਨਾ ਗੁਰੂ ਦੇ ਅੱਗੇ ਜਾ ਕਰਕੇ ਗੁਰੂ ਨੂੰ ਮਿਹਣੇ ਮਾਰਨੇ ਚਾਹੀਦੇ, ਮਹਾਰਾਜ ਮੈਂ ਤੇਰੇ ਆ ਇੰਨੀ ਗੁਰਬਾਣੀ ਪੜ੍ਹੀ, ਮੈਂ ਇਦਾਂ ਕੀਤਾ, ਪਾਤਸ਼ਾਹ ਜੀ ਮੇਰਾ ਕੰਮ ਨਹੀਂ ਸੌ ਰਿਹਾ। ਇਸ ਤਰ੍ਹਾਂ ਕਦੀ ਗੁਰੂ ਦੇ ਅੱਗੇ ਜਾ ਕੇ ਰੋਣਾ ਵੀ ਨਹੀਂ ਚਾਹੀਦਾ, ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ। ਸੰਗਤ ਦੇ ਵਿੱਚ ਜਾ ਕਰਕੇ ਜਿਹੜੀ ਬਿਰਤੀ ਹੈ ਉਸ ਨੂੰ ਟਿਕਾਉਣਾ ਚਾਹੀਦਾ ਹੈ। ਬਹੁਤਾ ਬੋਲਣ ਝੱਖਣ ਹੋਏ ਬਹੁਤਾ ਨਹੀਂ ਬੋਲਣਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਜੀ ਤੋਂ ਆਪਾਂ ਬੇਮੁਖ ਹੋ ਜਾਂਦੇ ਹਾਂ। ਗੁਰੂ ਸਾਹਿਬ ਜੀ ਸਾਡੇ ਤੋਂ ਖੁਸ਼ ਨਹੀਂ ਹੁੰਦੇ ਇਹੋ ਜਿਹੀਆਂ ਕਰਤੂਤਾਂ ਕਰਨ ਕਰਕੇ। ਨਾਸ਼ ਦਰਿਦਰੀ ਭਾਗੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਕੀ ਹੁੰਦਾ ਹੈ, ਕਹਿੰਦੇ ਜਿਹੜੀ ਲక్ష్ਮੀ ਹੈ ਨਾ ਮਾਇਆ ਨਾਸ਼ ਹੋ ਜਾਂਦੀ ਹੈ, ਫਿਰ ਉਹ ਗੁਰਸਿੱਖ ਦਲਿੱਦਰੀ ਹੋ ਜਾਂਦਾ ਹੈ, ਮਾਇਆ ਘਰ ਦੇ ਵਿੱਚੋਂ ਭੱਜ ਜਾਂਦੀ, ਗਰੀਬੀ ਆ ਜਾਂਦੀ ਹੈ। ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਗੁਰੂ ਦੇ ਸਨਮੁਖ ਜਾ ਕਰਕੇ ਸੰਗਤ ਦੇ ਵਿੱਚ ਹੱਸਦਾ ਹੈ ਜਾਂ ਰੋਂਦਾ ਹੈ। ਮਗ ਮੈਂ ਸਈਨ ਰਹਾ ਮੈਂ ਭੋਜ। ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਕਹਿੰਦੇ ਮਗ ਮੈਂ ਰਸਤੇ ਦੇ ਵਿੱਚ ਕਦੇ ਵੀ ਸਫ਼ਰ ਕਰਦਿਆਂ ਸੌਣਾ ਨਹੀਂ ਚਾਹੀਦਾ। ਰਸਤੇ ਦੇ ਵਿੱਚ ਕਹਿੰਦੇ ਸੌਣਾ, ਕਹਿੰਦੇ ਰਾਹ ਵਿੱਚ ਸੌਣਾ ਅਤੇ ਰਸਤੇ ਦੇ ਵਿੱਚ ਤੁਰੇ ਜਾਂਦੇ ਕਦੇ ਛਕਣਾ ਨਹੀਂ ਚਾਹੀਦਾ। ਸੋ ਇਹ ਦੇਖ ਕਰਕੇ ਰਸਤੇ ਦਾ ਭਾਵ ਕਿ ਰਸਤੇ ਜਿੱਥੇ ਸਫ਼ਰ ਗੱਡੀਆਂ ਮੋਟਰਾਂ ਚੱਲਦੀਆਂ ਹੁਣ ਉੱਥੇ ਰਾਹ ਦੇ ਵਿੱਚ ਨਹੀਂ ਸੌ ਜਾਣਾ, ਜਾਂ ਸੇਫ ਜਗ੍ਹਾ ਵੇਖ ਕਰਕੇ ਉੱਥੇ ਪੜਾ ਲਾਉਣਾ ਚਾਹੀਦਾ। ਤੋ ਰਸਤੇ ਦੇ ਵਿੱਚ ਤੁਰੇ ਜਾਂਦੇ ਕਦੇ ਖਾਣਾ ਵੀ ਨਹੀਂ ਚਾਹੀਦਾ। ਜੇ ਭੋਜਨ ਪ੍ਰਸ਼ਾਦਾ ਛਕਣਾ ਬੜੀ ਮਰਿਆਦਾ ਅਨੁਸਾਰ ਪੈਰ ਦੇ ਵਿੱਚੋਂ ਜੋੜਾ ਲਾ ਕਰਕੇ ਚੌਂਕੜਾ ਮਾਰ ਕਰਕੇ ਸ਼ਲੋਕ ਪੜ੍ਹ ਕੇ ਕਾਮ ਕਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਸ ਤਰ੍ਹਾਂ ਸ਼ਲੋਕ ਪੜ੍ਹ ਕੇ ਚੌਂਕੜਾ ਮਾਰ ਕੇ ਭੋਜਨ ਪ੍ਰਸ਼ਾਦਾ ਛਕਣਾ ਚਾਹੀਦਾ ਹੈ। ਜੇ
ਮਲ ਮੂਤਰ ਨਹਿ ਮਗ ਮੈਂ ਰੋਜ ਸੋ ਗੁਰੂ ਕੇ ਪਿਆਰਿਓ ਦੇਖੋ ਸਤਿਗੁਰੂ ਸਾਹਿਬ ਜੀ ਇੱਕ ਇੱਕ ਜਿਹੜੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਬਹੁਤ ਕੀਮਤੀ ਸਿੱਖਿਆਵਾਂ ਸਤਿਗੁਰੂ ਸਾਹਿਬ ਜੀ ਦੱਸ ਰਹੇ ਹਨ ਕਿ ਜਿਸ ਰਸਤੇ ਦੇ ਉੱਪਰ ਦੀ ਰੋਜ਼ਾਨਾ ਜਾਣਾ ਹੋਵੇ, ਜਿਹੜਾ ਨਗਰ ਦਾ ਮੁੱਖ ਦਰਵਾਜ਼ਾ ਜਾਂ ਮੁੱਖ ਰਸਤਾ ਹੋਵੇ, ਉਸ ਮੁੱਖ ਰਸਤੇ ਦੇ ਕਦੇ ਵੀ ਮਲ ਮੂਤਰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਰਸਤਾ ਪਿੰਡ ਦੀ ਪਹਿਚਾਣ ਹੁੰਦੀ ਹੈ। ਜੇ ਪਿੰਡ ਦਾ ਰਸਤਾ ਹੀ ਗੰਦਾ ਹੋਵੇ ਤਾਂ ਲੋਕ ਤਾਂ ਆਪਣੇ ਆਪ ਅੰਦਾਜ਼ਾ ਲਾ ਲੈਂਦੇ ਕਿ ਕਿਹੋ ਜਿਹੀ ਬਿਰਤੀ ਵਾਲੇ ਲੋਕ ਰਹਿੰਦੇ ਹਨ ਇੱਥੇ। ਇਸ ਕਰਕੇ ਕਦੇ ਵੀ ਜਿਹੜਾ ਮੁੱਖ ਰਸਤਾ ਹੈ ਨਾ ਪਿੰਡ ਦਾ, ਉਸ ਤੇ ਕਦੇ ਵੀ ਮੁੱਖ ਰਸਤੇ ਤੇ ਕਦੇ ਵੀ ਮਲ ਮੂਤਰ ਨਹੀਂ ਕਰਨਾ ਚਾਹੀਦਾ। ਪਾਏ ਬਿਪਰ ਕੋ ਪਾਏ ਨ ਛੁਵੈ ਸਿੰਘ ਵਾਸਤੇ ਸਿੱਧੀ ਹਦਾਇਤ ਹੈ ਕਿ ਸਿੰਘ ਨੇ ਕਦੇ ਵੀ ਬਿਪਰ ਬਾਹਮਣ ਦੇ ਜਾਂ ਗਾਂ ਦੇ ਪੈਰਾਂ ਨੂੰ ਹੱਥ ਨਹੀਂ ਲਾਉਣਾ, ਮੱਥਾ ਨਹੀਂ ਟੇਕਣਾ। ਅਨ ਭੁਗਤ ਕੀ ਨਿੰਦ ਨਾ ਭੁਵੈ ਸੋ ਗੁਰੂ ਕੇ ਪਿਆਰੇ ਜਦੋਂ ਭੋਜਨ ਛਕ ਲਿਆ ਹੋਵੇ, ਲੰਗਰ ਦੇ ਵਿੱਚ ਆਮ ਭੋਜਨ ਛਕਦੇ ਆ, ਕਦੇ ਮਿਰਚ ਜ਼ਿਆਦੀ ਪੈ ਜਾਵੇ ਜਾਂ ਲੂਣ ਘੱਟ ਰਹਿ ਜਾਵੇ ਜਾਂ ਕੋਈ ਨਾ ਕੋਈ ਫਰਕ ਰਹਿ ਜਾਂਦਾ ਭੋਜਨ ਦੇ ਵਿੱਚ, ਸਬਜ਼ੀ ਦੇ ਵਿੱਚ, ਫਿਰ ਫਰਕ ਜਿਹਾ ਕਰਨ ਲੱਗ ਜਾਂਦੇ ਕਿ ਇਹ ਇਦਾਂ ਹੋ ਗਿਆ, ਇਦਾਂ ਹੋ ਗਿਆ, ਜ਼ਿਆਦਾ ਲੂਣ ਪੈ ਗਿਆ, ਘੱਟ ਰਹਿ ਗਿਆ, ਮਿਰਚ ਜ਼ਿਆਦੀ ਪੈ ਗਈ। ਇਸ ਤਰ੍ਹਾਂ ਕਹਿੰਦੇ ਫਿਰ ਭੋਜਨ ਦੀ ਨਰਾਦਰੀ ਨਹੀਂ ਕਰਨੀ ਚਾਹੀਦੀ। ਜਿਹੜਾ ਭੋਜਨ ਛਕ ਲਿਆ ਹੋਵੇ ਉਹਦੀ ਬਾਅਦ ਦੇ ਵਿੱਚ ਨਰਾਦਰੀ ਵੀ ਕਰਨੀ ਬਹੁਤ ਮਾੜੀ ਹੈ, ਭਾਰੀ ਪਾਪ ਲੱਗਦਾ ਹੈ। ਰਹਿ ਇਕਾਂਤ ਬੈਠ ਕਰ ਧਿਆਨਾ ਸੋ ਗੁਰੂ ਕੇ ਸਿੱਖ ਨੂੰ ਸਦਾ ਇਹ ਬਿਰਤੀ ਟਿਕਾ ਕਰਕੇ ਰੱਖਣੀ ਚਾਹੀਦੀ ਕਿ ਇਕਾਂਤ ਦੇ ਵਿੱਚ ਬਿਰਤੀ ਟਿਕਾ ਕਰਕੇ ਨਾਮ ਦੇ ਵਿੱਚ ਸੁਰਤੀ ਜੋੜ ਕਰਕੇ ਰੱਖੇ। ਹਿਰਦੈ ਗਣੈ ਨ ਚਿਤਵਤ ਨਾਨਾ ਸੋ ਕਹਿੰਦੇ ਹਿਰਦੇ ਦੇ ਵਿੱਚ ਵਾਧੂ ਦੀਆਂ ਇਹ ਚਿਤਵਣੀਆਂ ਨਾ ਕਰੇ, ਵਿਚਾਰਾਂ ਨਾ ਕਰੇ, ਸੋਚਾਂ ਦੇ ਵਿੱਚ ਨਾ ਡੁੱਬਿਆ ਰਵੇ, ਗਮੀ ਦੇ ਵਿੱਚ ਨਾ ਡੁੱਬੇ, ਨਾਮ ਨੂੰ ਚਿਤਾਰਦਾ ਰਵੇ। ਨਾਰੀ ਪਰ ਕੀ ਬੁਰੀ ਸੋ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਜਿਹੜੀ ਪਾਂਬਰ ਨਾਰੀ ਹੈ ਨਾ, ਜਿਹੜੀ ਪਰਾਈ ਇਸਤਰੀ ਹੈ, ਬਹੁਤ ਬੁਰੀ ਹੈ। ਜਿਹੜੀ ਵਿਸ਼ਈ ਨਾਰੀ ਹੈ, ਵਿਸ਼ਈ ਇਸਤਰੀ ਹੈ, ਉਹਦੇ ਨਾਲ ਕੋਈ ਵੀ ਬੋਲਚਾਲ ਨਹੀਂ ਰੱਖਣਾ, ਸੰਬੰਧ ਨਹੀਂ ਰੱਖਣਾ, ਉਹ ਬਹੁਤ ਬੁਰੀ ਹੈ। ਸੰਸਾਰ ਦੇ ਵਿੱਚ ਆਓ ਸੋ ਬਹੁਤ ਜ਼ਿਆਦਾ ਨਰਾਦਰ ਕਰਾਵੇਗੀ। ਰਾਜਦੂਤ ਕੀ ਮੈਤਰੀ ਸ਼ੁਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਸਿੱਖੋ, ਜਿਹੜਾ ਰਾਜੇ ਦਾ ਜਿਹੜਾ ਦੂਤ ਹੈ ਨਾ, ਸੂਈਆ ਹੈ, ਉਹਦੇ ਨਾਲ ਯਾਰੀ ਵੀ ਬਹੁਤ, ਮਿੱਤਰਤਾ ਵੀ ਬਹੁਤ ਮਾੜੀ ਹੈ। ਛੁਰੀ ਵਰਗੀ, ਖੰਜਰ ਵਰਗੀ, ਸੋ ਕਰਦ ਵਰਗੀ ਉਹਦੀ ਯਾਰੀ ਹੁੰਦੀ ਹੈ। ਕੱਟ ਵੱਢ ਦਿੰਦਾ ਹੈ, ਫਿਰ ਉਹ ਭੇਤ ਦੇ ਦਿੰਦਾ ਹੈ ਸੂਈਆ। ਸਕਲ ਰਾਤ ਜਾਗਤ ਨਹਿ ਰਹਿ ਗੁਰੂ ਕੇ ਸਿੱਖ ਨੂੰ ਸਾਰੀ ਰਾਤ ਵੀ ਜਾਗਦਿਆਂ ਨਹੀਂ ਰਹਿਣਾ ਚਾਹੀਦਾ। ਜੇ ਰਾਤ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ 12 ਵਜੇ ਉੱਠਣਾ, ਘੱਟ ਤੋਂ ਘੱਟ 1 ਘੰਟਾ ਉਸ ਨੂੰ ਸੋ ਜਾਣਾ ਚਾਹੀਦਾ ਹੈ। ਬਹੁਤ ਬਾਰ ਨਹਿ ਗਹਿ ਸੋ ਗੁਰੂ ਕੇ ਪਿਆਰੇ ਜਿਹੜਾ ਗ੍ਰਸਤੀ ਸਿੱਖ ਹੈ, ਉਹਦੇ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਬਚਨ ਕਹੇ ਹਨ ਕਿ ਹੇ ਸਿੱਖਾ, ਸੋ ਗ੍ਰਸਤੀ ਸਿੱਖ ਨੇ, ਗ੍ਰਸਤੀ ਸਿੰਘ ਨੇ ਬਹੁਤਾ ਜ਼ਿਆਦਾ ਗ੍ਰਸਤ ਨਹੀਂ ਕਰਨਾ, ਵਿਕਾਰੀ ਵੀ ਨਹੀਂ ਬਣਨਾ। ਸਿੱਖਲ ਦੂਤ ਅਨਭਿਆਸੀ ਸਿੱਖ ਸੋ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਹੀ ਆਲਸੀ ਜਿਹੜਾ ਦੂਤ ਹੈ, ਜਾਂ ਇਸੇ ਤਰ੍ਹਾਂ ਅਨਅਭਿਆਸੀ ਸਿੱਖ ਜਿਹਨੇ ਕਦੀ ਕੋਈ ਅਭਿਆਸ ਤੋਂ ਕੱਚਾ ਹੈ, ਸੋ ਇਹ ਜਿਹੜਾ ਦੂਤ ਹੈ ਕੱਚਾ ਅਭਿਆਸੀ। ਸੋ ਇਸੇ ਤਰ੍ਹਾਂ ਹੀ ਆਲਸੀ ਦੂਤ, ਸੋ ਉਹ ਕਦੇ ਵੀ ਕਹਿੰਦੇ ਸਿੱਖ ਨਹੀਂ ਹੋ ਸਕਦਾ, ਸਿੱਖਿਆ ਨਹੀਂ ਧਾਰਨ ਕਰ ਸਕਦਾ। ਜਾਂ ਇਸੇ ਤਰ੍ਹਾਂ ਸਿੱਖ ਨੇ ਕਦੇ ਵੀ ਇਹਨਾਂ ਦੀ ਸੰਗਤ ਨਹੀਂ ਕਰਨੀ, ਆਲਸੀ ਦੀ ਤੇ ਅਨਅਭਿਆਸੀ ਦੀ। ਗੁਰੂ ਵੱਲੋਂ ਜਿਹੜਾ ਬੇਮੁਖ ਹੈ, ਜਿਹੜਾ ਕਹਿੰਦਾ ਤਾਂ ਬਹੁਤ ਕੁਝ ਹੈ, ਆਪਣੇ ਜੀਵਨ ਦੇ ਵਿੱਚ ਜਿਸ ਨੇ ਕੁਝ ਨਾ ਕਮਾਇਆ ਹੋਵੇ, ਐਸੇ ਸਿੱਖ ਦੀ ਕਦੇ ਵੀ ਸੰਗਤ ਨਹੀਂ ਕਰਨੀ ਚਾਹੀਦੀ। ਕਾਚਾ ਸੂਕਾ ਤਿਆਗੇ ਆਮਿਖ ਸੋ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਕੱਚਾ ਤੇ ਹਰਾ ਪ੍ਰਕਾਰ, ਜਿਸ ਤਰ੍ਹਾਂ ਸਾਰਾ ਜਿਹੜਾ ਕਹਿੰਦੇ ਮਾਸ ਹੈ, ਕੱਚਾ ਤੇ ਮੜਿਆ ਹੋਇਆ ਮਾਸ, ਇਸ ਨੂੰ ਤਿਆਗ ਦੇਵੇ, ਮਾਸ ਦਾ ਸੇਵਨ ਨਾ ਕਰੇ ਗੁਰਸਿੱਖ। ਰਮਤੀ ਨਾਰੀ ਸ਼ੋਰ ਇਸੇ ਤਰ੍ਹਾਂ ਕਹਿੰਦੇ ਪਰ ਕੀ ਕਹਿੰਦੇ ਪਰਾਈ ਜਿਹੜੀ ਇਸਤਰੀ ਹੈ, ਜਿਹੜੀ ਪਰਾਈ ਇਸਤਰੀ ਹੈ, ਕਹਿੰਦੇ ਵਕਾਰ ਹੈ, ਵੇਸ਼ਵਾ ਹੈ, ਉਹਦੇ ਨਾਲ ਕਦੇ ਰਮਣ ਨਾ ਕਰੇ, ਵਕਾਰ ਨਾ ਭੋਗੇ, ਉਸ ਨੂੰ ਛੱਡ ਦੇਵੇ। ਜੇ ਆਪਣੇ ਇੰਦਰੀ ਹੈ ਠੌਰ ਜਿਸ ਦੇ ਆਪਣੇ ਇੰਦਰ ਠੌਰ ਹਨ, ਟਿਕੇ ਹਨ, ਸਥਿਰ ਹਨ, ਜਿਹਦੇ ਤਿਆਰ ਬਰ ਤਿਆਰ ਵਕਾਰਾਂ ਦੇ ਵਿੱਚ ਖਚਤ ਨਹੀਂ ਹੈ, ਸੋ ਜਿਹੜੇ ਆਪਣੇ ਇੰਦਰੇ ਠੀਕ ਹਨ, ਸੋ ਉਹ ਪਰਾਈ ਇਸਤਰੀ ਦੇ ਨਾਲ ਕੋਈ ਵੀ ਬੇਵਿਚਾਰ ਵਕਾਰ ਨਾ ਕਰੇ, ਸਦਾ ਤਿਆਰ ਬਰ ਤਿਆਰ ਆਪਣੇ ਜੀਵਨ ਨੂੰ ਰੱਖੇ। ਨਾਸਤਕੀ ਮਤਸਰ ਤਜੇ ਇਸੇ ਤਰ੍ਹਾਂ ਜਿਹੜਾ ਪਖੰਡੀ ਹੈ, ਇਰਖਾਲੂ ਨਾਸਤਕ ਹੈ, ਉਹਦੀ ਸੰਗਤ ਨੂੰ ਛੱਡ ਦੇਵੇ ਗੁਰਸਿੱਖ। ਸੁਆ ਨਿੰਦਾ ਚਿਤ ਨਾ ਭਜੇ ਸੋ ਗੁਰੂ ਕੇ ਪਿਆਰੇ ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਦੋਸ਼ੀ ਹੈ, ਜਿਹੜਾ ਦੋਸ਼ ਆਰੋਪਣ ਵਾਲਾ ਹੈ, ਜਿਹੜਾ ਦੋਸ਼ ਲਾਉਣ ਵਾਲਾ, ਉਹਦੀ ਕਦੀ ਸੰਗਤ ਨਾ ਕਰੇ। ਸੋ ਇਸੇ ਤਰ੍ਹਾਂ ਹੀ ਜਿਹੜਾ ਨਿੰਦਕ ਹੈ, ਨਿੰਦਿਆ ਕਰਨ ਵਾਲਾ ਹੈ, ਸੋ ਉਹਦੀ ਸੰਗਤ ਨਾ ਕਰੇ। ਐਸੇ ਜਿਹੜੇ ਦੋਖੀ ਹਨ, ਉਹਨਾਂ ਦੀ ਚਿੰਤਾ ਨਾ ਕਰੇ, ਉਹਨਾਂ ਤੋਂ ਬੇਪਰਵਾਹ ਰਵੇ, ਉਹਨਾਂ ਤੋਂ ਸਦਾ ਹੀ ਦੂਰ ਰਹੇ ਗੁਰਸਿੱਖ। ਅਗ ਤਰਵਰ ਜਗ ਬਾਸ ਨਿਹਾਰੈ ਸਦਾ ਹੀ ਇਸ ਸੰਸਾਰ ਨੂੰ ਇਸ ਤਰ੍ਹਾਂ ਜਾਣੋ ਕਿ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਰੁੱਖ ਲੱਗੇ ਹੁੰਦੇ ਹਨ, ਸੰਸਾਰ ਦੇ ਵਿੱਚ ਜਿਸ ਤਰ੍ਹਾਂ ਰੁੱਖ ਦੇ ਉੱਪਰ ਪੰਛੀ ਹੁੰਦੇ ਨੇ,
ਰੁੱਖ ਦੇ ਉੱਪਰ ਪੰਛੀਆਂ ਦਾ ਆਲਣਾ ਹੁੰਦਾ ਹੈ। ਅੱਜ ਤਾਂ ਇਸ ਸਥਾਨ ਤੇ ਹਨ, ਕੱਲ ਨੂੰ ਦੂਸਰੀ ਦਿਸ਼ਾ ਵੱਲ ਪੰਛੀ ਉੱਡ ਕਰਕੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਸੰਸਾਰ ਨੂੰ ਇਹ ਪੰਛੀ ਦੀ ਨਿਆਈ ਜਾਣੋ। ਇਹ ਸੰਸਾਰ ਨੂੰ ਜਿਸ ਤਰ੍ਹਾਂ ਇਹ ਰੁੱਖ ਦੇ ਉੱਪਰ ਪੰਛੀਆਂ ਦਾ ਆਲਣਾ ਹੈ ਨਾ, ਇਸ ਸੰਸਾਰ ਨੂੰ ਰੁੱਖ ਜਾਣੋ। ਰੁੱਖ ਦੇ ਉੱਪਰ ਜਿਸ ਤਰ੍ਹਾਂ ਪੰਛੀ ਹਨ, ਉਹਨਾਂ ਨਿਆਈ ਜਿਹੜੇ ਸੰਸਾਰ ਦੇ ਵਿੱਚ ਲੋਕ ਹਨ, ਪੰਛੀਆਂ ਦੇ ਨਿਆਈ ਜਿਹੜੇ ਲੋਕ ਹਨ, ਇਸ ਤਰ੍ਹਾਂ ਲੋਕਾਂ ਨੂੰ ਜਾਣੋ ਕਿ ਸਾਰਾ ਸੰਸਾਰ ਇੱਕ ਦਿਨ ਖਹਿ ਨਾਸ਼ ਹੋ ਜਾਵੇਗਾ, ਅਸੀਂ ਵੀ ਇੱਕ ਦਿਨ ਮਰ ਜਾਣਾ ਹੈ। ਰੈਣ ਦਿਨਾ ਨਿਜ ਤਤਵ ਵਿਚਾਰੈ। ਸੋ ਰਾਤ ਦਿਨ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਤਤ ਗਿਆਨ ਦਾ ਜਿਹੜਾ ਵਿਚਾਰ ਹੈ ਨਾ, ਇਸ ਨੂੰ ਧਾਰਨ ਕਰੇ ਕਿ ਇੱਕ ਦਿਨ ਅਸੀਂ ਖਹਿ ਹੋ ਜਾਣਾ, ਨਾਸ਼ ਹੋ ਜਾਣਾ, ਮੁੱਕ ਜਾਣਾ ਹੈ, ਸੰਸਾਰ ਤੋਂ ਕੂਚ ਕਰ ਜਾਣਾ ਹੈ। ਇਹ ਵਿਰਾਗ ਲਖ ਜਗਤ ਅਸਾਰਾ। ਸੋ ਕਹਿੰਦੇ ਇਸ ਤਰ੍ਹਾਂ ਵਿਰਾਗ, ਹਿਰਦੇ ਦੇ ਵਿੱਚ ਵਿਰਾਗ ਧਾਰਨ ਕਰੇ ਕਿ ਇਹ ਜਿਹੜਾ ਸੰਸਾਰ ਹੈ ਅਸਾਰ ਹੈ, ਕਦੇ ਵੀ ਇਹਦਾ ਆਸਰਾ ਨਹੀਂ ਪ੍ਰਾਪਤ ਹੋ ਸਕਦਾ। ਆਸਰੇ ਤੋਂ ਰਹਿਤ ਹੈ ਸਾਰਾ ਸੰਸਾਰ, ਇੱਕ ਦਿਨ ਮਰ ਮੁੱਕ ਜਾਵੇਗਾ। ਇਸ ਕਰਕੇ ਹਿਰਦੇ ਦੇ ਵਿੱਚ ਵਿਰਾਗ ਧਾਰਨ ਕਰੇ। ਇਹ ਪ੍ਰਾਣ ਗੁਣ ਆਤਮ ਨਿਆਰਾ। ਸੋ ਕਹਿੰਦੇ ਇਹ ਜਿਹੜੀ ਦੇਹ ਹੈ, ਜਿਹੜੇ ਪ੍ਰਾਣ, ਜਿਹੜੇ ਆਤਮਾ, ਇਹ ਜਿਹੜੇ ਗੁਣ ਹਨ, ਇਹ ਤਿੰਨੇ ਗੁਣ ਜਿਹੜੇ ਨਿਆਰੇ ਹਨ। ਸੁਣ ਕਰ ਸ਼ਾਸਤਰ ਨ ਗਰਭ ਗਵਾਵੈ। ਸੋ ਕਹਿੰਦੇ ਜਿਹੜੇ ਸ਼ਾਸਤਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹੀ ਹੈ, ਸਤਿਗੁਰੂ ਸਾਹਿਬ ਜੀਆਂ ਦਾ ਸ੍ਰੇਸ਼ਟ ਉਪਦੇਸ਼ ਸੁਣਿਆ ਹੈ, ਸ੍ਰੇਸ਼ਟ ਉਪਦੇਸ਼ ਨੂੰ ਸੁਣ ਕਰਕੇ ਹਿਰਦੇ ਦੇ ਵਿੱਚ ਧਿਆਵੇ, ਵਿਚਾਰ ਉਸ ਉਪਦੇਸ਼ ਨੂੰ ਹਿਰਦੇ ਦੇ ਵਿੱਚ ਧਾਰਨ ਕਰੇ। ਸੋ ਕਦੇ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਾਗੀ ਨਾ ਆਕੀ ਨਾ ਹੋਵੇ, ਵਿਸਾਰ ਨਾ ਦਵੇ, ਭੁੱਲ ਨਾ ਜਾਵੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ। ਕਾਹੋ ਵਸਤ ਸੋ ਨੇਹੋ ਨ ਲਾਵੈ। ਸੋ ਗੁਰੂ ਕੇ ਪਿਆਰਿਓ, ਕਹਿੰਦੇ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਕਾਮ ਹੈ ਨਾ, ਕਾਹੋ ਵਸਤ ਸੋ ਨੇਹੋ ਨਾ ਲੈਵੇ। ਸੰਸਾਰ ਦੀਆਂ ਕਿਸੇ ਵੀ ਵਸਤੂ ਦੇ ਨਾਲ, ਗੱਡੀ ਮੋਟਰ, ਘਰ ਦੇ ਨਾਲ, ਪੈਲੀ ਦੇ ਨਾਲ, ਟਰੈਕਟਰ ਦੇ ਨਾਲ, ਕਾਰ ਦੇ ਨਾਲ, ਕਿਸੇ ਦੇ ਨਾਲ ਵੀ ਮੋਹ ਨਾ ਪਾਵੇ ਸਿੱਖ। ਧੀਰਜ ਸੋ ਵਿਵਹਾਰ ਘਟਾਵੈ। ਸੋ ਕਹਿੰਦੇ ਧੀਰਜ ਦੇ ਨਾਲ ਮਨ ਨੂੰ ਧੀਰਜ ਦੇ ਦੇ ਕਰਕੇ ਹੌਲੀ ਹੌਲੀ ਸੰਸਾਰ ਦੇ ਵੱਲੋਂ ਆਪਣੀ ਬਿਰਤੀ ਨੂੰ ਘਟਾ ਦੇਵੇ। ਜਿਹੜੇ ਵਿਵਹਾਰ ਹਨ, ਜਿਹੜੇ ਫਲਾਏ ਹਨ, ਕੰਮ ਧੰਦੇ ਝੰਜਟ ਫਲਾਏ, ਉਹਨਾਂ ਵੱਲੋਂ ਹੌਲੀ ਹੌਲੀ ਰੋਕ ਲਵੇ ਕੰਮਾਂ ਨੂੰ, ਆਪਣੀ ਬਿਰਤੀ ਨੂੰ ਟਿਕਾ ਲਵੇ, ਰੋਕ ਲਵੇ ਕੰਮਾਂ ਨੂੰ, ਖਲਾਰੇ ਨੂੰ ਰੋਕ ਲਵੇ, ਸੰਕੋਚ ਲਵੇ। ਸਹਿਜ ਸਹਿਜ ਸਭ ਸੋ ਛੁਟਕਾਵੈ। ਹੌਲੀ ਹੌਲੀ ਸਾਰੇ ਸੰਸਾਰ ਦੇ ਸੰਸਾਰਿਕ ਕੰਮਾਂ ਵੱਲੋਂ ਆਪਣੇ ਆਪ ਦਾ ਛੁਟਕਾਰਾ ਕਰ ਲਵੇ। ਸੰਸਾਰ ਦੇ ਵਿੱਚ ਕੀ ਲੈਣ ਆਏ ਹਾਂ, ਉਸ ਕੰਮ ਵੱਲ ਧਿਆਨ ਦੇਵੇ, ਨਾਮ ਜਪੇ। ਇਸੇ ਕੁਧੇ ਸੁਮਤ ਕੋ ਬੋਧਕ। ਸੋ ਕਹਿੰਦੇ ਜੇ ਖੋਟੀ ਬੁੱਧੀ ਵਾਲਾ ਦਿਸੇ ਨਾ, ਫਿਰ ਉਸ ਦੇ ਵੱਲੋਂ ਆਪਣੇ ਆਪ ਨੂੰ ਰੋਕ ਲਵੇ। ਜੇ ਖੋਟੀ ਬੁੱਧੀ ਵਾਲਾ, ਖੋਟੀ ਮਤ ਵਾਲਾ ਦਿਖੇ, ਫਿਰ ਉਹਨੂੰ ਬੋਧਕ, ਉਹਨੂੰ ਗਿਆਨ ਕਰੇ, ਉਹਨੂੰ ਸਮਝਾਵੇ, ਸ੍ਰੇਸ਼ਟ ਉਪਦੇਸ਼ ਦੇਵੇ। ਇਹ ਵੀ ਗੁਰਸਿੱਖ ਦਾ ਸੋ ਫਰਜ਼ ਬਣਦਾ ਹੈ। ਪ੍ਰਾਣ ਅਪਾਨ ਕੀ ਗਤ ਕਾ ਸੋਧਕ। ਸੋ ਕਿਹੜਾ ਪ੍ਰਾਣ ਅਪਾਨ ਹੈ, ਇਸ ਦੀ ਕੀ ਗਤੀ ਹੈ, ਇਹਦਾ ਵੀ ਸੋਧਕ ਬਣੇ, ਇਸ ਦਾ ਵੀ ਜਾਣੂ ਬਣਨਾ ਚਾਹੀਦਾ। ਗੁਰਸਿੱਖ ਨੂੰ ਜਾਣਨਾ ਚਾਹੀਦਾ ਪ੍ਰਾਣ ਅਪਾਨ ਬਾਰੇ ਵੀ। ਵੱਡੀ ਬੇਰ ਭੋਜਨ ਨਹਿ ਖਾਏ। ਵੱਡੀ ਦੇਰ ਤੱਕ, ਬਹੁਤੀ ਦੇਰ ਤੱਕ ਗੁਰਸਿੱਖ ਭੋਜਨ ਨਾ ਛਕਦਾ ਰਵੇ, ਐਵੇਂ ਦੁਨੀ ਚੰਦ ਨਾ ਬਣ ਜਾਵੇ ਖਾ ਖਾ ਕਰਕੇ। ਵਡਾਈ ਆਪਨ ਨ ਗਾਏ। ਸੋ ਐਵੇਂ ਗੁਰਸਿੱਖ ਜੇ ਕਿਹਦੇ ਅੰਦਰ ਸ਼ੁਭ ਗੁਣ ਹਨ, ਆਪਣੇ ਸ਼ੁਭ ਗੁਣਾਂ ਦੀ ਸ਼ੋਭਾ ਵਡਿਆਈ ਨਾ ਕਰਦਾ ਫਿਰੇ ਕਿ ਮੈਂ ਫਲਾਣੇ ਮੇਰੇ ਵਿੱਚ ਗੁਣ ਹਨ, ਮੈਂ ਇਹ ਕਰ ਲੈਣਾ, ਮੈਂ ਇਹ ਵੀ ਕਰ ਲੈਣਾ, ਆਪਣੀ ਸ਼ੋਭਾ ਵਡਿਆਈ ਨਾ ਕਰਦਾ ਫਿਰੇ। ਸੁਤਕ ਭੋਜ ਸਵੈ ਨਾਰੀ ਸ਼ੋਭਾ। ਸੋ ਕਹਿੰਦੇ ਖੋਟੇ ਹਨ ਤੇ ਖੋਟੇ ਜਿਹੜੇ ਖੋਟੇ ਹੱਠ ਤੇ ਖੋਟੇ ਭੋਜਨ ਤੇ ਖੋਟੀ ਜਿਹੜੀ ਨਾਰੀ, ਆਪਣੀ ਨਾਰੀ ਦੀ ਨਾ ਉਸਤਤੀ ਕਰੇ। ਖੋਟੇ ਭੋਜਨ ਜਿਹੜੇ ਭੋਜਨ ਹਨ, ਆਪਣੇ ਜਿਹੜੇ ਘਰ ਦੇ ਵਿੱਚ ਪਦਾਰਥ ਹਨ, ਉਹਨਾਂ ਦੀ ਉਸਤਤੀ ਨਾ ਕਰਦਾ ਫਿਰੇ ਕਿ ਮੈਂ ਅੱਜ ਆਹ ਖਾਦਾ, ਅੱਜ ਮੈਂ ਖੀਰ ਖਾਦੀ, ਅੱਜ ਮੈਂ ਪੂੜੇ ਖਾਦੇ, ਮਾਲ ਪੂੜੇ ਖਾ ਕਰਕੇ ਪਨੀਰ ਖਾ ਕੇ ਆਇਆ। ਇਸ ਤਰ੍ਹਾਂ ਇਹ ਪਦਾਰਥਾਂ ਦੀ ਜਿਹੜੀ ਵਡਿਆਈ ਨਾ ਕਰੇ। ਘਰ ਦੇ ਵਿੱਚ ਜਿਹੜੇ ਪਦਾਰਥ, ਉਹਨਾਂ ਦੀ ਸ਼ੋਭਾ ਵਡਿਆਈ ਨਾ ਕਰਦਾ ਫਿਰੇ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਭੋਜਨ ਦੀ ਵਡਿਆਈ ਨਾ ਕਰੇ, ਆਪਣੀ ਇਸਤਰੀ ਦੀ ਸ਼ੋਭਾ ਵਡਿਆਈ ਨਾ ਕਰੇ ਸੰਸਾਰ ਦੇ ਵਿੱਚ। ਇਨ ਕੋ ਤਜੈ ਨ ਧਰ ਉਰ ਲੋਭਾ। ਸੋ ਕਹਿੰਦੇ ਜਿਹੜੇ ਇਹਨਾਂ ਨੂੰ ਤਜ ਕਰਕੇ ਜਿਹੜੇ ਲੋਭਾ ਧਾਰਨਗੇ, ਉਹ ਇਨ ਕੋ ਤਜੈ, ਕਿੱਥੇ ਜੀ, ਇਨ ਕੋ ਤਜੈ ਧਾਰ, ਇਨ ਕੋ ਤਜੈ ਨਾ ਧਰ ਉਰ ਲੋਭਾ। ਕਹਿੰਦੇ ਗੁਰਸਿੱਖ ਇਹਨਾਂ ਨੂੰ ਛੱਡ ਦਵੇ, ਹਿਰਦੇ ਦੇ ਵਿੱਚ ਲੋਭ ਨਾ ਕਰੇ, ਲੋਭ ਵੀ ਛੱਡ ਦਵੇ। ਹਲਕੀ ਮਲਕੀ ਨਟਕੀ ਪੰਗਤ। ਸੋ ਕਹਿੰਦੇ ਖਲ ਕੀ ਮੂਰਖ ਦੀ ਅਤੇ ਪਹਿਲਵਾਨ ਦੀ। ਇਸੇ ਤਰ੍ਹਾਂ ਜਿਹੜੇ ਨਾਟਕ, ਜਿਹੜੇ ਪਖੰਡੀ ਹਨ, ਜਿਹੜੇ ਨਚਾਰ ਹਨ, ਉਹਨਾਂ ਦੀ ਕਦੀ ਵੀ ਸੰਗਤ ਨਾ ਕਰੇ ਗੁਰਸਿੱਖ। ਪੁੱਤਰ ਪੜਾਵੈ ਸਾਧੂ ਸੰਗਤ। ਸੋ ਜਿਹੜਾ ਆਪਣਾ ਪੁੱਤਰ ਹੈ ਨਾ, ਪੁੱਤਰ ਨੂੰ ਕਦੀ ਵੀ ਇਹ ਨਚਾਰਾਂ ਦੀ, ਇਸੇ ਤਰ੍ਹਾਂ ਨਚਾਰਾਂ ਦੀ ਸੰਗਤ ਨਾ ਕਰਨ ਦਵੇ, ਖੋਟਿਆਂ ਕੁਸੰਗੀਆਂ ਦੀ, ਮੂਰਖਾਂ ਦੀ ਸੰਗਤ ਨਾ ਕਰਨ ਦਵੇ। ਸੋ ਆਪਣੇ ਪੁੱਤਰ ਨੂੰ ਜਿਹੜਾ ਵਿਦਵਾਨ ਪੁਰਖ ਹੈ ਨਾ, ਗਿਆਨਵਾਨ ਸਾਧੂ ਮਹਾਂਪੁਰਖ, ਉਹਦੇ ਪਾਸੋਂ ਗੁਰਮਤਿ ਦਾ ਗਿਆਨ ਪੜਾਵੇ।
ਦੇਵ ਭਵਨ ਮਹਿ ਚਿਰ ਨਹਿ ਸੋ ਰਹੈ ਜਗਾ ਜ਼ਿਆਦਾ ਸਮਾਂ ਕਦੇ ਵੀ ਜਿਹੜਾ ਦੇਵ ਭਵਨ ਹੈ ਨਾ ਉਹਦੇ ਵਿੱਚ ਟਿਕਿਆ ਨਾ ਰਵੇ, ਮੰਦਰ ਦੇਹਰੇ ਦੇ ਵਿੱਚ ਨਾ ਬੈਠਾ ਰਵੇ। ਨੀ ਭੇਦ ਨਾ ਕਿਹ ਸੋ ਕਹੈ ਸੋ ਕਹਿੰਦੇ ਕੀ ਕਰਨਾ ਹੈ, ਆਪਣੇ ਕੰਮਕਾਰ ਦਾ ਕਿਸੇ ਨੂੰ ਭੇਦ ਨਾ ਦਵੇ, ਆਪਣੇ ਕੀਤੇ ਹੋਏ ਗੁਪਤ ਕੰਮਾਂ ਦਾ ਕਿਸੇ ਨੂੰ ਭੇਦ ਨਾ ਦਵੇ ਕਿ ਮੈਂ ਕੀ ਕੰਮ ਕਰਨਾ, ਕਿਹੜਾ ਕੰਮ ਆਰੰਭ ਕਰਨਾ ਹੈ, ਆਪਣੇ ਭੇਦ ਨੂੰ ਗੁਪਤ ਕਰਕੇ ਰੱਖੇ ਹੋਰਨਾਂ ਨਾਲੋਂ। ਸਮਤਾ ਨਿਤ ਸਭਨ ਕੋ ਸੋ ਹਿਰੈ ਕਹਿੰਦੇ ਇਸੇ ਤਰ੍ਹਾਂ ਹੀ ਜੇ ਕੋਈ ਅਮੀਰ ਹੈ, ਗਰੀਬ ਹੈ, ਕੋਈ ਵਕਾਰੀ ਹੈ, ਕੋਈ ਪੁੰਨੀ ਹੈ, ਸਾਰਿਆਂ ਨੂੰ ਆਪਣੀ ਨਿਗਾਹ ਦੇ ਨਾਲ ਇੱਕ ਬਰਾਬਰ ਜਾਣੇ, ਇੱਕ ਨਗਰ ਇੱਕ ਨਿਗਾਹ ਦੇ ਨਾਲ ਦੇਖੇ, ਬਰਾਬਰ ਸਮ ਕਰਕੇ ਜਾਣੇ। ਨਿਆਏ ਸਮੈ ਕੁਛ ਪਛਨਾ ਟੇਰੈ ਜੇ ਉਸ ਦੇ ਪਾਸ ਕਹਿੰਦੇ ਐਸੀ ਅਵਸਥਾ ਪ੍ਰਾਪਤ, ਇਹੋ ਜਿਹਾ ਅਹੁਦਾ ਪ੍ਰਾਪਤ ਹੋ ਗਿਆ, ਵਕੀਲ ਬਣ ਗਿਆ, ਜੱਜ ਬਣ ਗਿਆ, ਫਿਰ ਕਹਿੰਦੇ ਇਹ ਨਾ ਵੇਖੇ ਕਿ ਉਹ ਮੇਰਾ ਮਿੱਤਰ ਹੈ ਉਹਦਾ ਪੱਖਪਾਤ ਕਰਾਂ, ਸੋ ਉਹਦੇ ਹੱਕ 'ਚ ਫੈਸਲਾ ਕਰਾਂ। ਜੇ ਕੋਈ ਵੈਰੀ ਹੈ ਉਹਨੂੰ ਮੈਂ ਸਜ਼ਾ ਲਾ ਦੇਵਾਂ, ਉਹਨੂੰ ਮੈਂ ਫਾਹੀ ਲਾ ਦੇਵਾਂ, ਇਸ ਤਰ੍ਹਾਂ ਦਾ ਨਾ ਕਰੇ, ਪੱਖਪਾਤ ਨਾ ਕਰੇ। ਸੋ ਇਸ ਤਰ੍ਹਾਂ ਕਹਿੰਦੇ ਮਿੱਤਰ ਤੇ ਵੈਰੀ ਦੇ ਦੋਵਾਂ ਨੂੰ ਇਹ ਬਰਾਬਰ ਦਾ ਜਿਹੜਾ ਫੈਸਲਾ ਕਰੇ। ਭੋਗਣ ਕੀ ਕੀਰਤ ਨਹਿ ਕੀਜੈ ਸੋ ਕਹਿੰਦੇ ਭੋਗਣ ਕੀ, ਕਹਿੰਦੇ ਐਵੇਂ ਵਿਕਾਰਾਂ ਭੋਗਣ ਦੀ ਜਿਹੜੀ ਕੀਰਤੀ ਉਸਤਤੀ ਨਾ ਕਰੇ, ਵਿਕਾਰਾਂ ਦੀ ਉਸਤਤੀ ਨਾ ਕਰਦਾ ਫਿਰੇ। ਗੁਰਸਿੱਖ ਇਸ ਵੱਲੋਂ ਵੀ ਸੁਚੇਤ ਰਵੇ। ਖਾਨ ਪਾਨ ਮਹਿ ਥਿਤ ਮਨ ਪੀਜੈ ਸੋ ਕਦੇ ਵੀ ਖਾਣ ਪਾਣ ਦੇ ਵਿੱਚ, ਖਾਣ ਦੇ ਵਿੱਚ, ਪਹਿਨਣ ਦੇ ਵਿੱਚ ਆਪਣੇ ਮਨ ਨੂੰ ਭੇਂ ਕਰਕੇ ਨਾ ਰੱਖੇ, ਭਿੱਜਾ ਨਾ ਰਵੇ, ਖਚਤ ਨਾ ਰਵੇ। ਗੁਰਸਿੱਖ ਸਦਾ ਹੀ ਨਿਰਲੇਪ ਲਵੇ। ਸੋ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ। ਹਾਰ ਬਿਹਾਰ ਸੋ ਸੁਧਾ ਸੋ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਕੇ ਪਿਆਰਿਓ ਆਹਾਰ ਵੀ ਸ਼ੁੱਧ ਰੱਖੇ, ਜਿਹੜਾ ਵਿਹਾਰ ਵੀ ਆਪਣਾ ਜਿਹੜਾ ਵਿਵਹਾਰ ਹੈ ਉਹ ਵੀ ਸ਼ੁੱਧ ਰੱਖੇ, ਜਿਹੜਾ ਕੰਮਕਾਰ ਕਰਨਾ ਹੈ, ਜਿਹੜਾ ਵਿਹਾਰ ਕਰਨਾ ਉਹ ਵੀ ਸ਼ੁੱਧ ਰੱਖੇ, ਚੰਗਾ ਰੱਖੇ। ਕੋਈ ਚੋਰੀ ਵਾਲਾ, ਠੱਗੀ ਵਾਲਾ ਵਿਹਾਰ ਨਾ ਕਰੇ, ਆਪਣੀ ਬਿਰਤੀ ਵੀ ਸ਼ੁੱਧ ਰੱਖੇ, ਆਪਣਾ ਵਿਵਹਾਰ ਕੇ ਇਹਦੇ ਨਾਲ ਬੋਲ ਚਾਲ ਵੀ ਸ਼ੁੱਧ ਰੱਖੇ। ਗੁਰਸਿੱਖ ਕਰਤ ਰਹਿ ਸਿੱਖ ਘਰ ਤਨ ਰੂਧਾ ਸੋ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਸਿੱਖ ਇਸ ਤਰ੍ਹਾਂ ਦਾ ਕਰੇਗਾ ਨਾ, ਬਚਨ ਮੰਨੇਗਾ, ਉਹਦਾ ਜਿਹੜਾ ਘਰ ਹੈ ਧਨ ਦੇ ਨਾਲ, ਮਾਇਆ ਦੇ ਨਾਲ, ਸ਼ੁਭ ਗੁਣਾ ਦੇ ਨਾਲ ਭਰਿਆ ਰਹੇਗਾ। ਲੋਕ ਪਰਲੋਕ ਦੇ ਵਿੱਚ ਉਹਦਾ ਕਲਿਆਣ ਹੋਵੇਗਾ, ਮੁਕਤੀ ਪ੍ਰਾਪਤ ਕਰੇਗਾ। ਗੁਰੂ ਕੇ ਪਿਆਰਿਓ ਇੱਥੋਂ ਤੱਕ ਕਥਾ ਵਿਚਾਰਾਂ ਕਰਦੇ ਹਾਂ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਲੇਖੇ, ਕਤੈ ਨਾ ਛੁਟਿਆ ਖਿਣ ਖਿਣ ਭੁੱਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਪਿਆਰੀ ਸਾਧ ਸੰਗਤ, ਮਹਾਂਪੁਰਖ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ। ਅਗਾਂਹ ਤੋਂ ਸ੍ਰੇਸ਼ਟ ਮਤ ਬਖਸ਼ਣ, ਕਥਾ ਵਿਚਾਰਾ ਕਰਨ ਦੀ ਦਾਤ ਬਖਸ਼ਣ। ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੇ। ਭੋਜਨ ਕੀ ਕੀਰਤ ਨਹਿ ਕੀਜੈ, ਖਾਨ ਪਾਨ ਮਹਿ ਥਿਤ ਮਨ ਭੀਜੈ। ਸੁਦਾ ਹਾਰ ਬਿਹਾਰ ਜਸੁਦਾ, ਕਰਤ ਰਹਿ ਸਿੱਖ ਘਰ ਤਨ ਰੁੱਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।